ਡਾਕਟਰ ਸਾਹਿਬ ਕੇਂਦਰ ਦੇ ਨਾਲ ਮੀਟਿੰਗ ਬੇਸਿੱਟਾ ਰਹੀ ਹੈ। ਕਮਰੇ ਦੇ ਵਿੱਚ ਤੁਸੀਂ ਵੀ ਮੌਜੂਦ ਸੀ, ਬਾਕੀ ਆਗੂ ਵੀ ਮੌਜੂਦ ਸੀ। ਕੀ ਗੱਲਬਾਤ ਹੋਈ ਸੀ ਉੱਥੇ? ਇੱਕ ਟੋਲ ਪਲਾਜ਼ਾ ਦੇ ਉੱਤੇ ਕੋਈ ਇਸ ਕਿਸਮ ਦੀ ਘਟਨਾ ਵਾਪਰ ਗਈ ਜਿਹਦੇ ਨਾਲ ਇੱਕ ਟੈਨਸ਼ਨ ਹੈ ਜਿਹੜੀ ਉਹ ਸਾਡੀਆਂ ਜਥੇਬੰਦੀਆਂ ਦੇ ਵਿੱਚ ਵੀ ਵਾਪਰੀ ਤੇ ਸਾਨੂੰ ਇਹ ਲੱਗਿਆ ਕਿ ਮਾਹੌਲ ਖਰਾਬ ਕਰਨ ਵਾਸਤੇ ਬੀਜੇਪੀ ਕੋਈ ਨਾ ਕੋਈ ਇਸ ਕਿਸਮ ਦੀ ਕਾਰਵਾਈ ਕਰੀ ਜਾ ਰਹੀ ਹੈ ਜਾਂ ਕਰਾਈ ਜਾ ਰਹੀ ਹੈ। ਤੁਹਾਨੂੰ ਮੁੜ ਕੇ ਉੱਥੋਂ ਕੋਈ ਫੋਨ ਨਹੀਂ ਆਇਆ ਕੇਂਦਰ ਤੋਂ? ਉਹਨਾਂ ਨੇ ਆ ਕੇ ਫੋਨ ਤੇ ਤੁਹਾਨੂੰ ਸੱਦਿਆ ਹੋਵੇ ਦੁਆਰਾ ਕਿ ਨਹੀਂ ਵਾਪਸ ਆਓ ਜਾਂ ਅੰਦਰ ਆਓ, ਜਾਂ ਫਿਰ ਤੁਹਾਡੀ ਹੁਣ ਅਸੀਂ ਮੰਤਰੀਆਂ ਦੇ ਨਾਲ ਜਾਂ ਪ੍ਰਧਾਨ ਮੰਤਰੀ ਸਾਹਿਬ ਤੱਕ ਵੀ ਭਾਜਪਾ ਵਾਲੇ ਭਰੋਸਾ ਦੇ ਰਹੇ ਨੇ ਕਿ ਅਗਲੀ ਮੀਟਿੰਗ ਸ਼ਾਇਦ ਉਹਨਾਂ ਨਾਲ ਕਰਵਾ ਦਈਏ? ਸਾਰੇ ਪੰਜਾਬ ਦੇ ਅੰਦਰ ਮੋਦੀ ਦੀਆਂ ਅਰਥੀਆਂ ਸਾੜਨ ਦਾ ਫੈਸਲਾ ਕੀਤਾ। ਆਪਾਂ ਜੇ ਅਸ਼ਵਨੀ ਸ਼ਰਮਾ ਦੀ ਘਟਨਾ ਤੇ ਆਈਏ, ਉਹਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਕਿ ਕੋਈ ਕਹਿੰਦਾ ਕਿਸਾਨਾਂ ਨੇ ਹਮਲਾ ਕੀਤਾ, ਕਾਂਗਰਸ ਦੇ ਰਵਨੀਤ ਬਿੱਟੂ ਆਪਣੇ ਤੌਰ ਤੇ ਜਿਹੜਾ ਉਹਦੀ ਜ਼ਿੰਮੇਵਾਰੀ ਲੈ ਲੈਂਦੇ ਨੇ। ਉਧਰ ਸ਼ਵੇਤ ਮਲਕ ਦੇ ਘਰ ਅੱਗੇ ਬੈਠੇ ਨੇ, ਕੱਲ ਵਿਜੇ ਸੰਪਲਾ ਜੀ ਨੂੰ ਮੁਕਤਸਰ ਦੇ ਕੋਲ ਘੇਰ ਲਿਆ ਸੀਗਾ। ਇਸੇ ਤਰ੍ਹਾਂ ਜਿਵੇਂ ਮੈਂ ਅਸ਼ਵਨੀ ਸ਼ਰਮਾ ਜੀ ਦਾ ਪਹਿਲਾਂ ਦੱਸਿਆ, ਇਸੇ ਤਰ੍ਹਾਂ ਕਈ ਜਗ੍ਹਾ ਤੇ ਜਿਹੜੇ ਇਹ ਘਟਨਾਵਾਂ ਘਟ ਸਕਦੀਆਂ ਨੇ। ਕੈਪਟਨ ਸਾਹਿਬ ਲਗਾਤਾਰ ਇਹ ਗੱਲ ਕਿਉਂ ਕਹਿ ਰਹੇ ਨੇ ਕਿਸਾਨਾਂ ਦੇ ਪਿੱਛੇ ਬਿਜਲੀ 'ਚ ਵੀ ਕਟੌਤੀ ਕਰ ਦਿੱਤੀ ਗਈ? ਇਹ ਲਗਾਤਾਰ ਕਿਉਂ ਇਹੋ ਜਿਹੀਆਂ ਗੱਲਾਂ ਹੋ ਰਹੀਆਂ? ਫਿਰ ਅਸੀਂ ਇਸ ਹਾਲਤ ਦੇ ਅੰਦਰ ਕਿਸ ਕਿਸਮ ਦੀ ਗੱਲਬਾਤ ਕਰਨਾ ਚਾਹੁੰਦੇ ਹਾਂ, ਕਿਹਦੇ ਨਾਲ ਕਰਨਾ ਚਾਹੁੰਦੇ ਹਾਂ, ਉਹਦੇ ਨਾਲ ਕਿਉਂ ਕਰਨਾ ਚਾਹੁੰਦੇ ਹਾਂ, ਜਿਸ ਨਾਲ ਅਸੀਂ ਨਹੀਂ ਕਰਨਾ ਚਾਹੁੰਦੇ ਕਿਉਂ ਨਹੀਂ ਕਰਨਾ ਚਾਹੁੰਦੇ, ਇਹਦੀ ਵਿਆਖਿਆ ਕਰਨਾ ਚਾਹੁੰਦੇ ਹਾਂ, ਕਰਨੀ ਚਾਹੀਦੀ ਹੈ ਸਾਨੂੰ। ਇੰਨੀਆਂ ਗੱਲਾਂ ਬਾਤਾਂ ਹੋਈਆਂ, ਉਸ ਤੋਂ ਬਾਅਦ ਉੱਥੇ ਕਾਫੀ ਹੰਗਾਮਾ ਵੀ ਦੇਖਣ ਨੂੰ ਮਿਲਿਆ। ਬਾਹਰ ਆ ਕੇ ਵੀ ਮੀਡੀਆ ਦੇ ਵਿੱਚ ਬਰੀਫ ਕੀਤਾ ਗਿਆ ਕਿ ਅੰਦਰ ਜੋ ਕੁਝ ਹੋਇਆ ਉਹ ਗਲਤ ਹੈ, ਸਾਡੀ ਮੰਤਰੀਆਂ ਦੇ ਨਾਲ ਗੱਲਬਾਤ ਨਹੀਂ ਕਰਵਾਈ ਗਈ। ਅੱਗੇ ਫਿਰ ਹੁਣ ਕੀ ਕਿਸਾਨਾਂ ਨੇ ਫਿਰ ਕੀ ਰਣਨੀਤੀ ਘੜੀ? ਕਿਉਂਕਿ ਦਿੱਲੀ ਤੋਂ ਤਾਂ ਇੱਕ ਤਰੀਕੇ ਨਾਲ ਖਾਲੀ ਮੁੜਨਾ ਪਿਆ, ਉੱਥੇ ਤਾਂ ਗੱਲਬਾਤ ਹੋਈ ਨਹੀਂ। ਬੈਠੋ ਰਿਕੁਐਸਟ ਵੀ ਕਰਨ ਲੱਗੇ, ਖਾਣਾ ਖਾ ਕੇ ਜਾਓ, ਖਾਣਾ ਬਣਿਆ ਪਿਆ। ਅਸੀਂ ਕਿਹਾ ਜੀ ਖਾਣਾ ਨਹੀਂ ਅਸੀਂ ਖਾ ਕੇ ਜਾਣਾ। ਕਿਸਾਨਾਂ ਦਾ ਅਗਲਾ ਕੋਈ ਨੀਤੀ ਇਹੋ ਜਿਹੀ ਹੈਗੀ ਕਿ ਜਾ ਕੇ ਦਿੱਲੀ ਨੂੰ ਘੇਰਨਾ ਜਾਂ ਦਿੱਲੀ ਦੇ ਵਿੱਚ ਜਾ ਕੇ ਪ੍ਰਦਰਸ਼ਨ, ਜਾਂ ਇੱਥੋਂ ਪੰਜਾਬ ਤੋਂ ਕੂਚ ਕਰਕੇ ਦਿੱਲੀ ਤੱਕ ਪਹੁੰਚਣਾ? ਕੈਲਾਸ਼ ਚੌਧਰੀ ਉਹ ਸੰਗਰੂਰ ਦੇ ਅੰਦਰ ਮੀਟਿੰਗਾਂ ਕਰ ਰਹੇ ਨੇ, ਬਰਨਾਲੇ 'ਚ ਮੀਟਿੰਗਾਂ ਕਰ ਰਹੇ ਨੇ। ਜਾਣੀ ਇਹ ਸਾਡੇ ਨਾਲ ਮਤਲਬ ਕਿ ਸਾਡੇ ਹੀ ਕਿਸਾਨਾਂ ਨੂੰ ਭੁਲੇਖਾ ਪਾਉਣ ਲਈ ਉਹਨਾਂ ਦੇ ਲੀਡਰਾਂ ਨੂੰ ਬੁਲਾ ਕੇ ਇੱਕ ਦੱਸਿਆ ਜਾ ਰਿਹਾ ਕਿ ਮੀਟਿੰਗ ਕਰ ਰਹੇ ਹਾਂ। ਉਹਨਾਂ ਹੀ ਪ੍ਰਸ਼ਨਾਂ ਦੇ ਉੱਤੇ, ਉਹਨਾਂ ਹੀ ਮੁੱਦਿਆਂ ਦੇ ਉੱਤੇ ਤੁਹਾਡੇ ਜਿਹੜੇ ਮੰਤਰੀ ਨੇ ਉਹ ਜਾ ਕੇ ਪੰਜਾਬ 'ਚ ਗੱਲਾਂ ਕਰ ਰਹੇ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਲੋਕ ਰਾਜ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਪਿਛਲੇ ਦਿਨੀ ਕੇਂਦਰ ਦੇ ਨਾਲ ਕਿਸਾਨ ਜਥੇਬੰਦੀ ਦੇ ਆਗੂਆਂ ਦੀ ਮੀਟਿੰਗ ਹੋਈ ਸੀ। 29 ਕਿਸਾਨ ਜਥੇਬੰਦੀਆਂ ਵਿੱਚੋਂ 7 ਆਗੂ ਚੁਣੇ ਗਏ ਸਨ ਜਿਨ੍ਹਾਂ ਨੇ ਜਾ ਕੇ ਕੇਂਦਰ ਦੇ ਨਾਲ ਗੱਲਬਾਤ ਕੀਤੀ ਸੀ, ਪਰ ਉਹ ਗੱਲਬਾਤ ਬੇਸਿੱਟਾ ਰਹੀ। ਕਮਰੇ ਦੇ ਅੰਦਰ ਕੀ ਗੱਲਬਾਤ ਹੋਈ, ਲੋਕ ਉਸ ਦੇ ਬਾਰੇ ਜਾਣਨਾ ਚਾਹੁੰਦੇ ਨੇ ਕਿ ਆਖਿਰਕਾਰ ਜਦੋਂ ਵੀਡੀਓ ਨਸ਼ਰ ਹੋਈ ਤਾਂ ਕਈ ਤਰ੍ਹਾਂ ਦੇ ਸਵਾਲ ਉੱਠੇ ਕਿ ਕਮਰੇ ਦੇ ਵਿੱਚ ਕੀ ਕੁਝ ਹੋਇਆ ਸੀ। ਕਈਆਂ ਨੇ ਇਹ ਕਿਹਾ ਜਿਹੜਾ ਕਿ ਉੱਥੇ ਬਹਿ ਕੇ ਗੱਲਬਾਤ ਕਰਨੀ ਚਾਹੀਦੀ ਸੀ, ਕਈਆਂ ਨੇ ਕਿਹਾ ਕਿ ਉੱਥੇ ਧਰਨਾ ਦੇ ਦੇਣਾ ਚਾਹੀਦਾ ਸੀਗਾ। ਬਹੁਤ ਤਰ੍ਹਾਂ ਦੇ ਸਵਾਲ ਉੱਠਦੇ ਨੇ, ਪਰ ਸੱਚਾਈ ਕੀ ਹੈ? ਕੀ ਕੁਝ ਹੋਇਆ ਸੀ ਅੰਦਰ? ਕੀ ਗੱਲ ਰੱਖੀ ਗਈ ਜਿਹਦੇ ਉੱਤੇ ਅਸਹਿਮਤੀ ਬਣੀ? ਕਿਉਂ ਕੇਂਦਰ ਨੇ ਗੱਲ ਮੰਨੀ ਨਹੀਂ? ਉਸ ਤੋਂ ਬਾਅਦ ਕਿਸਾਨਾਂ ਨੇ ਕੀ ਫੈਸਲਾ ਕੀਤਾ, ਉਸ ਬਾਰੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਉਹਨਾਂ 7 ਮੈਂਬਰਾਂ ਵਿੱਚੋਂ ਡਾਕਟਰ ਦਰਸ਼ਨਪਾਲ ਮੌਜੂਦ ਨੇ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਲੋਕ। ਥੈਂਕ ਯੂ ਜੀ, ਸ਼ੁਕਰੀਆ। ਡਾਕਟਰ ਸਾਹਿਬ ਕੇਂਦਰ ਦੇ ਨਾਲ ਮੀਟਿੰਗ ਬੇਸਿੱਟਾ ਰਹੀ ਹੈ। ਕਮਰੇ ਦੇ ਵਿੱਚ ਤੁਸੀਂ ਵੀ ਮੌਜੂਦ ਸੀ, ਬਾਕੀ ਆਗੂ ਵੀ ਮੌਜੂਦ ਸੀ। ਕੀ ਗੱਲਬਾਤ ਹੋਈ ਸੀ ਉੱਥੇ? ਦੇਖੋ ਉੱਥੇ ਕੀ ਗੱਲਬਾਤ ਹੋਈ, ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇਹਦੀ ਬੈਕਗਰਾਊਂਡ ਦੱਸਣੀ ਚਾਹੁੰਦਾ। 1 ਤਰੀਕ ਨੂੰ ਅਸੀਂ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ। 7 ਤਰੀਕ ਨੂੰ ਸਾਨੂੰ ਇਨਵੀਟੇਸ਼ਨ ਆਇਆ ਖੇਤੀਬਾੜੀ ਮਹਿਕਮੇ 'ਚੋਂ, ਕੇਂਦਰ ਦੇ 'ਚੋਂ। ਉਸ ਜੋ ਸੈਕਟਰੀ ਨੇ ਸਾਨੂੰ ਭੇਜਿਆ ਸੀ ਇਨਵੀਟੇਸ਼ਨ, ਉਹਨਾਂ ਨੇ ਜੋ ਚਿੱਠੀ ਲਿਖੀ, ਉਹ ਚਿੱਠੀ ਦੇ ਵਿੱਚ ਸਾਨੂੰ ਲਿਖਿਆ ਸੀ ਕਿ ਮੈਂ ਤੁਹਾਨੂੰ ਨਿਮੰਤਰਣ ਭੇਜ ਰਿਹਾ ਕਿ ਆਓ ਖੇਤੀਬਾੜੀ ਬਾਰੇ ਜੋ ਕਾਨੂੰਨ ਬਣੇ ਨੇ ਉਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ, ਤੁਹਾਨੂੰ ਦੱਸਣਾ, ਤੁਹਾਨੂੰ ਸਮਝਾਉਣਾ ਕਿ ਕਿਵੇਂ ਇਹ ਠੀਕ ਨੇ। ਐ ਸਪਸ਼ਟ ਨਹੀਂ ਲਿਖਿਆ, ਲੇਕਿਨ ਉਹਨਾਂ ਨੇ ਕਿਹਾ ਸੀ ਤੁਹਾਡੇ ਡਾਊਟ ਦੂਰ ਕਰਨ ਵਾਸਤੇ ਮੈਂ ਤੇ ਮੇਰੀ ਟੀਮ ਉੱਥੇ ਬੈਠ ਕੇ ਗੱਲਬਾਤ ਕਰੂਗੀ। ਉਹ 8 ਤਰੀਕ ਦਾ ਜਿਹੜਾ ਨਿਮੰਤਰਣ ਸੀ, ਉਹ ਤੋਂ ਪਹਿਲਾਂ ਅਸੀਂ 7 ਤਰੀਕ ਨੂੰ ਮੀਟਿੰਗ ਕੀਤੀ। ਜਿਹੜੀ 7 ਤਰੀਕ ਨੂੰ ਅਸੀਂ ਮੀਟਿੰਗ ਕੀਤੀ, ਉਹਦੇ 'ਚ ਸਾਨੂੰ ਇਹ ਲੱਗਿਆ ਕਿ ਇਹ ਐਕਸਰਸਾਈਜ਼ ਫਿਊਟਾਈਲ ਜਾਊਗੀ, ਆਪਾਂ ਨੂੰ ਇਹ ਸੱਦੇ ਨੂੰ ਮਨਜ਼ੂਰ ਨਹੀਂ ਕਰਨਾ ਚਾਹੀਦਾ। ਉਹ ਅਸੀਂ ਰਿਜੈਕਟ ਕਰਤਾ, ਸਰਬਸੰਮਤੀ ਨਾਲ ਰਿਜੈਕਟ ਕਰਤਾ। 8 ਤਰੀਕ ਤੋਂ ਬਾਅਦ ਸਾਡਾ ਉਵੇਂ ਰੇਲ ਰੋਕੋ, ਟੋਲ ਪਲਾਜ਼ਿਆਂ 'ਤੇ, ਰਿਲਾਇੰਸ ਦੇ ਪੈਟਰੋਲ ਪੰਪਾਂ 'ਤੇ, ਬੀਜੇਪੀ ਦੇ ਆਗੂਆਂ ਦੇ ਘਰਾਂ ਦਫ਼ਤਰਾਂ ਅੱਗੇ ਧਰਨਿਆਂ ਦੇ ਰੂਪ ਦੇ ਵਿੱਚ ਸੰਘਰਸ਼ ਜਿਹੜਾ ਜਾਰੀ ਰਿਹਾ। ਫਿਰ 13 ਜਾਂ 12 ਤਰੀਕ ਨੂੰ ਸਾਨੂੰ ਥੋੜ੍ਹਾ 12 ਨੂੰ
12 ਨੂੰ ਸਾਨੂੰ ਇੱਕ 11 ਜਾਂ 12 ਹੁਣ ਐਗਜ਼ੈਕਟ ਡੇਟ ਨਹੀਂ ਮੈਨੂੰ ਯਾਦ, ਸਾਨੂੰ ਇੱਕ ਫੇਰ ਇਨਫੋਰਮੇਸ਼ਨ ਮਿਲਦੀ ਹੈ ਕਿ ਤੁਹਾਨੂੰ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਇੱਕ ਇਨਵੀਟੇਸ਼ਨ ਫੇਰ ਭੇਜ ਰਹੇ ਹਾਂ। ਉਹ ਇਨਵੀਟੇਸ਼ਨ ਅਸੀਂ ਕਿਹਾ ਭੇਜੋ। ਇਨਵੀਟੇਸ਼ਨ ਦਾ ਜੋ ਆਇਆ ਉਹਦਾ ਫਾਰਮੈਟ ਸੀ, ਜੋ ਉਸ ਫਾਰਮੈਟ ਦੇ ਵਿੱਚ ਕਲੀਅਰ ਕੱਟ ਲਿਖਿਆ ਹੋਇਆ ਸੀ ਕਿ ਪੰਜਾਬ ਦੀਆਂ ਤੁਸੀਂ ਜਿਹੜੇ ਕਿਸਾਨ ਜਥੇਬੰਦੀਆਂ ਹੋ, ਤੁਸੀਂ ਪੰਜਾਬ ਵਿੱਚ ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹੋ। ਕੇਂਦਰ ਸਰਕਾਰ ਕਿਸਾਨਾਂ ਦੇ ਵਾਸਤੇ ਬਹੁਤ ਕੁਝ ਕਰਨਾ ਚਾਹੁੰਦੀ ਹੈ। ਅਸੀਂ ਕੇਂਦਰ ਸਰਕਾਰ ਵੱਲੋਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ। ਜਦੋਂ ਪਹਿਲਾ ਨਿਮੰਤਰਣ ਆਇਆ ਸੀ ਉਦੋਂ ਅਸੀਂ ਉਦੋਂ ਹੀ ਇਹ ਲਿਖਤਾ ਸੀ ਉਹਨਾਂ ਨੂੰ ਕਿ ਅਸੀਂ ਗੱਲਬਾਤ 'ਚ ਇਸ ਕਰਕੇ ਨਹੀਂ ਆਏ ਕਿ ਤੁਹਾਡੇ ਇਨਵੀਟੇਸ਼ਨ ਦੇ ਸੱਦੇ ਪੱਤਰ ਦੇ ਵਿੱਚ ਸਾਨੂੰ ਬਿਲਕੁਲ ਨਹੀਂ ਸੀ ਲਿਖਿਆ ਗਿਆ ਕਿ ਗੱਲਬਾਤ ਉੱਪਰ ਕਿਹੜੇ ਮੰਤਰੀਆਂ ਨਾਲ ਹੋਣੀ ਹੈ ਜਾਂ ਗਰੁੱਪ ਆਫ ਕਿਹੜੇ ਮਿਨਿਸਟਰਸ ਦੇ ਨਾਲ ਹੋਣੀ ਹੈ। ਦੂਸਰਾ ਅਸੀਂ ਇਹ ਲਿਖਿਆ ਸੀ ਕਿ ਸਾਨੂੰ ਇਹ ਬਕਾਇਦਾ ਸਾਡੀ ਡਿਮਾਂਡ ਹੈ ਕਿ ਜਾਂ ਪ੍ਰਧਾਨ ਮੰਤਰੀ ਤੇ ਜਾਂ ਗਰੁੱਪ ਆਫ ਮਿਨਿਸਟਰ ਦੇ ਨਾਲ ਸਾਡੀ ਗੱਲਬਾਤ ਕਰਾਈ ਜਾਵੇ। ਸੋ ਜਦੋਂ ਸੈਕਿੰਡ ਟਾਈਮ ਨਿਮੰਤਰਣ ਆਇਆ ਤਾਂ ਸਾਰਿਆਂ ਨੇ ਅਸੀਂ ਇਹ ਸੋਚਿਆ ਕਿ ਬੇਸ਼ੱਕ ਕੇਂਦਰ ਸਰਕਾਰ ਵੱਲੋਂ ਹੈ, ਸੈਕਟਰੀ ਹੀ ਨਿਮੰਤਰਣ ਭੇਜਦਾ ਹੈ, ਪਰ ਕੇਂਦਰ ਸਰਕਾਰ ਦਾ ਸੈਕਟਰੀ ਹੈ ਉਹ ਭੇਜ ਰਿਹਾ ਹੈ ਅਤੇ ਨਾਲ ਇਹ ਕਹਿ ਰਹੇ ਨੇ ਕਿ ਕੇਂਦਰ ਸਰਕਾਰ ਤੁਹਾਡੇ ਨਾਲ ਗੱਲਬਾਤ ਕਰੂਗੀ। ਇਸ ਕਰਕੇ ਆਪਾਂ ਇਸ ਇਨਵੀਟੇਸ਼ਨ ਨੂੰ ਅਸੀਂ ਐਕਸੈਪਟ ਕੀਤਾ, ਸਾਰੀਆਂ ਜਥੇਬੰਦੀਆਂ ਨੇ ਕੀਤਾ, 13 ਤਰੀਕ ਦੀ ਮੀਟਿੰਗ 'ਚ ਕੀਤਾ। ਅਤੇ ਇਹ ਖਦਸ਼ੇ ਰੱਖਦੇ ਹੋਏ ਦੋ ਤਰ੍ਹਾਂ ਦੇ, ਪਹਿਲਾ ਖਦਸ਼ਾ ਸੀ ਨੈਗੇਟਿਵ ਇਸ ਕਿਸਮ ਦਾ ਕਿ ਹੋ ਸਕਦਾ ਹੈ ਕਿ ਕੇਂਦਰ ਸਰਕਾਰ ਹੈ ਜਿਹੜੀ ਸਾਨੂੰ ਇਸੇ ਤਰ੍ਹਾਂ ਹੀ ਜਿਵੇਂ ਅਸੀਂ ਮੰਗ ਕੀਤੀ ਹੈ ਕਿ ਮੰਤਰੀਆਂ ਜਾਂ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰੇ, ਸਾਨੂੰ ਹੋ ਸਕਦਾ ਇਹ ਕੁਛ ਨਾ ਹੋਵੇ ਉੱਥੇ। ਦੂਸਰਾ ਇਹ ਸੀ ਕਿ ਅਸੀਂ ਮੀਡੀਆ ਨੂੰ, ਲੋਕਾਂ ਨੂੰ, ਆਮ ਜਥੇਬੰਦੀਆਂ ਨੂੰ, ਸਾਡੇ ਵਰਕਰਾਂ ਨੂੰ ਜਵਾਬ ਦੇ ਹਾਂ ਕਿ ਅਸੀਂ ਜਦੋਂ ਕੇਂਦਰ ਸਰਕਾਰ ਵੱਲੋਂ ਸੱਦਾ ਹੈ ਕਿ ਇਹਨੂੰ ਇਸ ਤਰ੍ਹਾਂ ਠੁਕਰਾ ਦਈਏ, ਬੇਸ਼ੱਕ ਸਾਡੇ ਮਨ। ਸੋ ਅਸੀਂ ਇਹ ਤੈਅ ਕੀਤਾ ਕਿ ਨਹੀਂ ਆਪਾਂ ਚੱਲੀਏ, ਪਰ ਨਾਲ ਅਸੀਂ ਇਹ ਤੈਅ ਕਰ ਲਿਆ ਕਿ ਅਗਰ ਸਾਨੂੰ ਉਸ ਤਰੀਕੇ ਦਾ ਜਵਾਬ ਨਹੀਂ ਮਿਲੂਗਾ ਜਾਂ ਉਸ ਤਰੀਕੇ ਨਾਲ ਸਾਡੇ ਨਾਲ ਵਿਵਹਾਰ ਨਹੀਂ ਹੋਊਗਾ ਤਾਂ ਆਪਾਂ ਇੱਥੇ ਵੀ ਪ੍ਰੈਸ ਕਾਨਫਰੰਸ ਕਰਕੇ ਚੱਲਾਂਗੇ, ਪ੍ਰੈਸ ਨੂੰ ਦੱਸ ਕੇ ਚੱਲਾਂਗੇ। ਦਿੱਲੀ ਵੀ ਪ੍ਰੈਸ ਜਿਹੜੀ ਹੋਊਗੀ ਉਹਨੂੰ ਆਪਾਂ ਸਪਸ਼ਟ ਕਰ ਦਾਂਗੇ ਕਿ ਸਾਨੂੰ ਬੁਲਾ ਕੇ ਸਾਡੇ ਨਾਲ ਠੀਕ ਵਿਵਹਾਰ ਨਹੀਂ ਕੀਤਾ ਗਿਆ, ਅਸੀਂ ਇਸ ਗੱਲਬਾਤ ਨੂੰ ਵਿੱਚ ਛੱਡ ਕੇ ਜਾ ਰਹੇ ਹਾਂ। ਇਹ ਦੋ ਗੱਲਾਂ। ਤੀਸਰੀ ਗੱਲ ਜਿਹੜੀ ਇੰਪੋਰਟੈਂਟ ਵਾਪਰੀ ਇਹਨਾਂ ਦਿਨਾਂ ਦੇ ਅੰਦਰ ਹੀ, ਉਹ ਹੈ ਕਿ 12 ਜਾਂ 13 ਤਰੀਕ ਨੂੰ, ਸ਼ਾਇਦ 13 ਤਰੀਕ ਨੂੰ, 12 ਤਰੀਕ ਨੂੰ ਇਹ ਮੀਡੀਆ 'ਚ ਆ ਗਿਆ ਸੀ ਕਿ ਕੇਂਦਰ ਸਰਕਾਰ ਨੇ 10 ਮੰਤਰੀਆਂ ਦੀ ਡਿਊਟੀ ਲਾਤੀ ਪੰਜਾਬ ਦੇ ਵਿੱਚ, ਜਿਹੜੇ ਵਰਚੁਅਲ ਕਾਨਫਰੰਸਾਂ ਕਰਨਗੇ ਕਿਸਾਨਾਂ ਦੇ ਮੁੱਦਿਆਂ 'ਤੇ, ਇਹਨਾਂ 3 ਬਿੱਲਾਂ 'ਤੇ, ਅਤੇ ਉਹ ਪੰਜਾਬ ਦੇ 2-2 ਜ਼ਿਲ੍ਹਿਆਂ ਦੇ ਵਿੱਚ ਲੋਕਾਂ ਨੂੰ ਸਮਝਾਉਣਗੇ। ਜਦੋਂ ਇਹ ਗੱਲ ਆਈ ਤਾਂ ਸਾਨੂੰ ਇਹਦੇ ਤੋਂ ਪਹਿਲਾਂ ਹੀ 12 ਤਰੀਕ ਨੂੰ ਇੱਕ ਘਟਨਾ ਵਾਪਰ ਗਈ ਜਦੋਂ ਆਪਣੇ ਅਸ਼ਵਨੀ ਸ਼ਰਮਾ ਜੀ ਜਿਹੜੇ ਬੀਜੇਪੀ ਦੇ ਪ੍ਰਧਾਨ ਨੇ, ਉਹਨਾਂ ਨਾਲ ਇੱਕ ਟੋਲ ਪਲਾਜ਼ਾ ਦੇ ਉੱਤੇ ਕੋਈ ਇਸ ਕਿਸਮ ਦੀ ਘਟਨਾ ਵਾਪਰ ਗਈ ਜਿਹਦੇ ਨਾਲ ਇੱਕ ਟੈਨਸ਼ਨ ਹੈ ਜਿਹੜੀ ਉਹ ਸਾਡੀਆਂ ਜਥੇਬੰਦੀਆਂ ਦੇ ਵਿੱਚ ਵੀ ਵਾਪਰੀ, ਅਤੇ ਸਾਨੂੰ ਇਹ ਲੱਗਿਆ ਕਿ ਮਾਹੌਲ ਖਰਾਬ ਕਰਨ ਵਾਸਤੇ ਬੀਜੇਪੀ ਕੋਈ ਨਾ ਕੋਈ ਇਸ ਕਿਸਮ ਦੀ ਕਾਰਵਾਈ ਕਰੀ ਜਾ ਰਹੀ ਹੈ ਜਾਂ ਕਰਾਈ ਜਾ ਰਹੀ ਹੈ। ਕਿਉਂਕਿ 12 ਨੂੰ ਦੁਪਹਿਰੇ ਹੀ ਅਸ਼ਵਨੀ ਸ਼ਰਮਾ ਜੀ ਜਦੋਂ ਜਲੰਧਰ ਗਏ ਨੇ ਉਹਨਾਂ ਨੂੰ ਘੇਰਿਆ ਗਿਆ ਸੀ ਉੱਥੇ ਇੱਕ ਮੈਰਿਜ ਪੈਲੇਸ ਦੇ ਅੰਦਰ। ਸੋ ਇਹ ਕਈ ਘਟਨਾਵਾਂ ਜੋੜ ਕੇ ਸਾਨੂੰ ਇਹ ਲੱਗਿਆ ਕਿ ਇੱਕ ਮਾਹੌਲ ਵੀ ਖਰਾਬ ਕਰ ਰਹੀ ਹੈ। ਅਸੀਂ ਇਹ ਗੱਲ ਨੂੰ ਉੱਥੇ ਸੈਂਟਰ ਗਵਰਨਮੈਂਟ ਦੇ ਵਿੱਚ ਉਹ ਵੀ ਰੱਖਾਂਗੇ ਨਾਲ। ਡਾਕਟਰ ਸਾਹਿਬ, ਉਹ ਤਾਂ ਆਪਾਂ ਜੇ ਅਸ਼ਵਨੀ ਸ਼ਰਮਾ ਦੀ ਘਟਨਾ 'ਤੇ ਆਈਏ, ਉਹਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਕਿ ਕੋਈ ਕਹਿੰਦਾ ਕਿਸਾਨਾਂ ਨੇ ਹਮਲਾ ਕੀਤਾ, ਕਾਂਗਰਸ ਦੇ ਰਵਨੀਤ ਬਿੱਟੂ ਆਪਣੇ ਤੌਰ 'ਤੇ ਜਿਹੜਾ ਉਹਦੀ ਜ਼ਿੰਮੇਵਾਰੀ ਲੈ ਲੈਂਦੇ ਨੇ, ਭਾਜਪਾ ਵੱਲੋਂ ਜਿਹੜੀ ਰਾਜਪਾਲ ਤੱਕ ਮੁਲਾਕਾਤ ਕੀਤੀ ਜਾਂਦੀ ਹੈ। ਇਹਨੂੰ ਕਿੱਦਾਂ ਦੇਖਦੇ ਹੋ ਇਸ ਘਟਨਾ ਨੂੰ? ਕਿਸਾਨ ਆਗੂਆਂ 'ਤੇ ਵੀ ਇਲਜ਼ਾਮ ਲੱਗ ਰਹੇ ਨੇ। ਹਾਂ, ਚਲੋ ਮੈਂ ਇਹਨੂੰ ਅਟੈਂਡ ਕਰਕੇ ਤੁਹਾਡੇ ਸਵਾਲ ਨੂੰ ਫਿਰ ਉਸੇ ਗੱਲ 'ਤੇ ਜਾਊਂਗਾ ਵਾਪਸ। ਇਹ ਦੇਖੋ, ਅਸੀਂ ਸਾਰੇ ਪੰਜਾਬ ਦੇ ਵਿੱਚ ਸੱਦਾ ਦਿੱਤਾ ਹੋਇਆ ਸੀ ਕਿ ਬੀਜੇਪੀ ਦੇ ਆਗੂਆਂ ਦਾ ਘਿਰਾਓ ਕਰਨਾ ਹੈ, ਉਹਨਾਂ ਦੇ ਘਰਾਂ ਅੱਗੇ ਧਰਨੇ ਲਾਉਣੇ ਹਨ। ਉਸੇ ਪ੍ਰਸੰਗ ਦੇ ਅੰਦਰ ਜਲੰਧਰ ਦੇ ਵਿੱਚ ਅਸ਼ਵਨੀ ਸ਼ਰਮਾ ਜੀ ਦਾ ਘਿਰਾਓ ਕੀਤਾ ਗਿਆ ਸੀ, ਜਾਂ ਕਹਿ ਲਓ ਵੀ ਉਹ ਜਿੱਥੇ ਆਏ ਉੱਥੇ ਬਾਹਰ ਸਾਡੇ ਕਿਸਾਨ ਨਾਅਰੇ ਮਾਰ ਰਹੇ ਸਨ। ਉਸੇ ਦੌਰਾਨ ਹੀ ਸਾਡੇ ਮਤਲਬ ਕਿ ਜਿਹੜੇ ਚਲਾਂਗ ਜੋ ਟੋਲ ਪਲਾਜ਼ਾ ਹੈ ਹੁਸ਼ਿਆਰਪੁਰ ਦੇ ਵਿੱਚ, ਉੱਥੇ ਕਿਸਾਨ ਬੈਠੇ ਸੀ। ਹੁਣ ਸਾਡੇ ਕਿਸਾਨ ਇਹ ਕਹਿੰਦੇ ਨੇ ਕਿ ਇਹਨਾਂ ਦੇ ਪਿੱਛੋਂ ਹੀ ਕਿਸੇ ਗੱਡੀਆਂ ਨੇ ਫੋਲੋ ਕੀਤਾ। ਕਿਸਾਨਾਂ ਨੇ ਜਦੋਂ ਉਹ ਗੱਡੀ ਹੌਲੀ ਹੋਈ ਹੈ, ਕਿਸਾਨਾਂ ਨੇ ਨਾਅਰੇ ਮਾਰੇ ਨੇ, ਉਹ
ਗੱਡੀ ਹੌਲੀ ਹੌਲੀ ਅੱਗੇ ਚੱਲਦੀ ਜਾ ਰਹੀ ਹੈ। ਜੋ ਸਾਨੂੰ ਰਿਪੋਰਟ ਕੀਤਾ ਸਾਡੇ ਕਿਸਾਨ ਆਗੂਆਂ ਨੇ ਜਿਹੜੇ ਉੱਥੇ ਮੌਕੇ ਤੇ ਸੀ, ਕਿ ਉਹਦੇ ਦੌਰਾਨ ਕਿਸਾਨ ਅਗਰ ਚਾਹੁੰਦੇ ਤਾਂ ਜ਼ਿਆਦਾ ਉੱਥੇ ਧੱਕਾ ਮੁੱਕੀ ਹੋ ਸਕਦੀ ਸੀ। ਕਿਸਾਨ ਅਗਰ ਚਾਹੁੰਦੇ ਤਾਂ ਕਿਉਂ ਪਿਛਲਾ ਸ਼ੀਸ਼ਾ ਹੀ ਕਿਉਂ ਟੁੱਟਦਾ, ਕਿਸਾਨ ਤਾਂ ਆਲੇ ਦੁਆਲੇ ਵੀ ਸੀ, ਪਿੱਛੇ ਵੀ ਸੀਗੇ। ਸੋ ਕਿਸਾਨਾਂ ਸਾਡੇ ਉੱਥੇ ਜਿਹੜੇ ਪ੍ਰੈਜ਼ੈਂਟ ਕਿਸਾਨ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਕਿਸੇ ਸ਼ਰਾਰਤੀ ਅਨਸਰ ਨੇ ਉਸ ਵੇਲੇ ਉਹਨਾਂ ਦੇ ਪਿਛਲੇ ਸ਼ੀਸ਼ੇ ਨੂੰ ਤੋੜਿਆ। ਉਹਨਾਂ ਦਾ ਆਪਣਾ ਸੀ ਜਾਂ ਕਿਹਦਾ ਸੀ, ਕਿਹੜਾ ਸ਼ਰਾਰਤੀ ਅਨਸਰ ਸੀ, ਉਹੀ ਦੱਸਣਗੇ। ਸੋ ਸਾਡੇ ਕਿਸਾਨ ਆਗੂਆਂ ਦੇ ਉੱਤੇ ਇਸ ਕਿਸਮ ਦੇ ਜਿਹੜੇ ਪਰਚੇ ਦਰਜ ਕਰਵਾਉਣ ਦੇ ਵਾਸਤੇ ਗਵਰਨਰ ਨੂੰ ਮਿਲੇ ਨੇ, ਉਹ ਉੱਪਰੋਂ ਸੈਂਟਰ ਦੇ ਵਿੱਚੋਂ ਆਇਆ ਕਿ ਇੱਥੋਂ ਦੇ ਅਮਨ ਕਾਨੂੰਨ ਦੀ ਪਰਿਸਥਿਤੀ ਦੱਸੋ। ਅਸ਼ਵਨੀ ਸ਼ਰਮਾ ਦੇ ਉਹਦੇ ਪ੍ਰਸੰਗ ਦੇ ਵਿੱਚ ਸਾਨੂੰ ਲੱਗਦਾ ਕਿ ਇਹ ਮਾਹੌਲ ਨੂੰ ਵਿਗਾੜਨ ਵਾਸਤੇ ਬੀਜੇਪੀ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਅਤੇ ਉਹਨਾਂ ਨੇ ਜਦੋਂ ਇਹ ਫੀਲਡ ਹੁਣੇ ਆਏ ਨੇ, ਜਦੋਂ ਮੈਂ ਇਹਦੇ ਨਾਲ ਹੀ ਜੋੜ ਕੇ ਕਹਿੰਦਾ ਕਿ ਜਿਹੜੀਆਂ ਵਰਚੁਅਲ ਕਾਨਫਰੰਸਾਂ ਹੋਈਆਂ ਨੇ, ਇਸ ਵਰਚੁਅਲ ਕਾਨਫਰੰਸ ਦੇ ਵਿਰੋਧ ਦੇ ਵਿੱਚ ਵੀ ਅਸੀਂ ਸੱਦਾ ਦਿੱਤਾ ਕਿ ਉਹਦੇ ਖਿਲਾਫ ਲੋਕਾਂ ਨੂੰ ਚੌਕਸ ਕੀਤਾ ਜਾਵੇ, ਚੇਤਨ ਕੀਤਾ ਜਾਵੇ ਅਤੇ ਉਹਦਾ ਵਿਰੋਧ ਵੀ ਕੀਤਾ ਜਾਵੇ। ਸੋ ਸੰਗਰੂਰ ਦੇ ਵਿੱਚ ਵੀ ਉੱਦਣ ਵੱਡੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਗਏ ਨੇ ਜਿੱਥੇ ਵਰਚੁਅਲ ਕਾਨਫਰੰਸ ਹੋ ਰਹੀ ਸੀ। ਉਸ ਵਰਚੁਅਲ ਕਾਨਫਰੰਸ ਦੇ ਵਿਰੁੱਧ ਨਾਅਰੇ ਲਾਏ ਨੇ। ਇੰਨੀ ਦੇਰ ਨੂੰ ਜਿਹੜੇ ਬੀਜੇਪੀ ਵਾਲੇ ਅੰਦਰ ਬੈਠੇ ਸੀ, ਪਤਾ ਨਹੀਂ ਦੁਕਾਨਦਾਰ ਸੀਗੇ, ਕੌਣ ਸੀਗੇ, ਉਹ ਕੋਈ ਕਿਸਾਨ ਨਹੀਂ ਸੀਗੇ। ਸੋ ਕਹਿਣ ਤੋਂ ਮੇਰਾ ਭਾਵ ਹੈ ਕਿ ਜਨਰਲ ਮਾਹੌਲ ਇਸ ਕਿਸਮ ਦਾ ਜਿਹੜਾ ਬਣਿਆ ਹੋਇਆ। ਉੱਧਰ ਸ਼ਵੇਤ ਮਲਕ ਦੇ ਘਰ ਅੱਗੇ ਬੈਠੇ ਨੇ, ਕੱਲ੍ਹ ਵਿਜੇ ਸਾਂਪਲਾ ਜੀ ਨੂੰ ਮੁਕਤਸਰ ਦੇ ਕੋਲ ਘੇਰ ਲਿਆ ਸੀਗਾ। ਇਸੇ ਤਰ੍ਹਾਂ ਜਿਵੇਂ ਮੈਂ ਅਸ਼ਵਨੀ ਸ਼ਰਮਾ ਜੀ ਦਾ ਪਹਿਲਾਂ ਦੱਸਿਆ, ਇਸੇ ਤਰ੍ਹਾਂ ਕਈ ਜਗ੍ਹਾ 'ਤੇ ਜਿਹੜੇ ਇਹ ਘਟਨਾਵਾਂ ਇਹ ਘਟ ਸਕਦੀਆਂ ਨੇ ਅਗਰ ਇਸ ਨੂੰ ਰਾਜ ਕਰਨ ਵਾਲੀ ਜਿਹੜੀ ਪਾਰਟੀ ਹੈ, ਜਿਹੜੀ ਕੇਂਦਰ ਦੇ ਵਿੱਚ ਰਾਜ ਕਰ ਰਹੀ ਹੈ, ਉਹਨਾਂ ਦੀ ਵੱਧ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੀ ਖਲਕਤ ਦਾ, ਆਪਣੇ ਲੋਕਾਂ ਦਾ, ਆਪਣੇ ਕਿਸਾਨਾਂ ਦਾ ਜੋ ਵੀ ਗੁੱਸਾ ਵੱਧ ਰਿਹਾ ਉਹਨੂੰ ਠੰਡਾ ਕਰਨ ਦੇ ਵਾਸਤੇ ਉਹ ਕੋਈ ਕੋਸ਼ਿਸ਼ ਕਰਨ, ਜੋ ਨਹੀਂ ਕਰ ਰਹੇ। ਸੋ ਇਸ ਕਰਕੇ ਉਹਦੇ ਵਿੱਚ ਬਿੱਟੂ ਨੇ ਜਿਵੇਂ ਕਹਿਤਾ ਮੈਂ ਹਮਲਾ ਕੀਤਾ ਜਾਂ ਕਰਵਾਇਆ, ਉਹ ਹੁਣ ਉਹ ਕਾਂਗਰਸ ਵਾਲੇ ਕਿਉਂ ਇਸ ਕਿਸਮ ਦੀ ਬਿਆਨ ਦਿੰਦੇ ਨੇ? ਜੇ ਉਹ ਕਹਿ ਰਹੇ ਨੇ ਤਾਂ ਉਹਦੇ ਪਿੱਛੇ ਮਨਸ਼ਾ ਉਹਨਾਂ ਦਾ ਕੀ ਹੈ, ਇਹ ਨਹੀਂ ਅਸੀਂ ਨਹੀਂ ਜਾਣਦੇ ਇਹ। ਪਰ ਸਾਡੇ ਕਿਸਾਨ ਨੇ ਜਿਹੜੇ, ਉਹਨਾਂ ਨੇ ਉੱਥੇ ਜਿਹੜੇ ਚਲਾਨ ਨਾਕੇ 'ਤੇ ਸੀਗੇ, ਟੋਲ ਪਲਾਜ਼ੇ 'ਤੇ ਸੀ, ਉਹਨਾਂ ਨੇ ਸਾਨੂੰ ਮੀਟਿੰਗ ਦੇ ਵਿੱਚ ਕਲੀਅਰ ਕੱਟ ਦੱਸਿਆ ਕਿ ਸਾਡਾ ਇਹਦੇ ਵਿੱਚ ਕੋਈ ਹੱਥ ਨਹੀਂ ਹੈ। ਇਹਦੇ ਤੋਂ ਬਾਅਦ ਮੈਂ ਅਗਲੀ ਗੱਲ 'ਤੇ ਆਉਣਾ ਹੁਣ, ਉਹ ਇਹੀ ਹੈ ਕਿ ਜਦੋਂ ਇਸ ਕਿਸਮ ਦਾ ਮਾਹੌਲ ਬਣ ਰਿਹਾ ਸੀ ਤਾਂ ਅਸੀਂ ਇਹ ਤੈਅ ਕੀਤਾ ਕਿ ਆਪਾਂ ਨੂੰ ਜਾਣਾ ਚਾਹੀਦਾ ਗੱਲਬਾਤ ਲਈ। ਗੱਲਬਾਤ ਦੇ ਵਿੱਚ ਸਾਰਾ ਬੈਕਗਰਾਊਂਡ ਸਾਨੂੰ ਉਹਨਾਂ ਦੇ ਸਾਹਮਣੇ ਰੱਖਣਾ ਚਾਹੀਦਾ। ਅੱਜ ਦੀ ਜੋ ਪ੍ਰੈਜ਼ੈਂਟ ਪਰਿਸਥਿਤੀਆਂ ਬਣੀਆਂ ਹੋਈਆਂ ਨੇ ਇਹ ਰੱਖਣੀਆਂ ਚਾਹੀਦੀਆਂ ਨੇ। ਅਸੀਂ ਇਸ ਹਾਲਤ ਦੇ ਅੰਦਰ ਕਿਸ ਕਿਸਮ ਦੀ ਗੱਲਬਾਤ ਕਰਨਾ ਚਾਹੁੰਦੇ ਹਾਂ, ਕਿਹਦੇ ਨਾਲ ਕਰਨਾ ਚਾਹੁੰਦੇ ਹਾਂ, ਉਹਦੇ ਨਾਲ ਕਿਉਂ ਕਰਨਾ ਚਾਹੁੰਦੇ ਹਾਂ, ਜਿਸ ਨਾਲ ਅਸੀਂ ਨਹੀਂ ਕਰਨਾ ਚਾਹੁੰਦੇ ਕਿਉਂ ਨਹੀਂ ਕਰਨਾ ਚਾਹੁੰਦੇ, ਇਹਦੀ ਵਿਆਖਿਆ ਕਰਨਾ ਚਾਹੁੰਦੇ ਹਾਂ, ਕਰਨੀ ਚਾਹੀਦੀ ਹੈ ਸਾਨੂੰ। ਸੋ ਇਹਦੇ ਲਈ ਅਸੀਂ 7 ਮੈਂਬਰੀ ਟੀਮ ਹੈ ਜਿਹੜੀ ਉਹ ਬਣਾ ਕੇ ਅਸੀਂ ਇਹ ਤੈਅ ਕੀਤਾ ਸੀ ਕਿ ਉਹਨਾਂ ਨੇ ਸੱਦਾ ਸਾਨੂੰ 29 ਨੂੰ ਹੀ ਦਿੱਤਾ ਹੈ। ਇਸ ਕਰਕੇ ਅਸੀਂ ਸਾਰੇ 29 ਦੇ 29 ਜਾਵਾਂਗੇ, ਪਰ ਗੱਲਬਾਤ ਜਿਹੜੇ 29 ਦੇ ਵਿੱਚੋਂ 7 ਲੋਕ ਨੇ ਜਿਹੜੇ ਸਾਡੇ ਉਹ ਕਰਨਗੇ। ਇਹ ਜਦੋਂ ਗੱਲਬਾਤ ਕਰਨ ਦੇ ਵਾਸਤੇ ਅਸੀਂ ਤੈਅ ਕਰ ਲਿਆ, ਅਸੀਂ ਚੰਡੀਗੜ੍ਹ ਤੋਂ ਹੀ ਬੱਸ ਰਾਹੀਂ ਸਪੈਸ਼ਲ ਉੱਥੇ ਚਲੇ ਗਏ। ਉੱਥੇ ਚਲੇ ਗਏ ਤਾਂ 11:30 ਦਾ ਟਾਈਮ ਸੀ, 11:40 ਜਾਂ 11:45 'ਤੇ ਗੱਲਬਾਤ ਸ਼ੁਰੂ ਹੋਈ। ਗੱਲਬਾਤ ਸ਼ੁਰੂ ਹੁੰਦੇ ਹੀ ਸੈਕਟਰੀ ਸਾਹਿਬ ਨੇ ਜੋ ਲੈਕਚਰ ਦੇਣਾ ਸ਼ੁਰੂ ਕੀਤਾ, ਉਹਨਾਂ ਨੇ ਜੋ NDA ਦੀਆਂ ਸਰਕਾਰ ਗਣਾਉਂਦੀ ਹੈ ਕਿ ਮੈਂ ਐਗਰੀਕਲਚਰ ਲਈ, ਕਿਸਾਨਾਂ ਲਈ, ਐਗਰੀਕਲਚਰ ਮਤਲਬ ਕਿ ਕਹਿ ਲਓ ਬਿਜ਼ਨਸ ਵਾਸਤੇ ਆਹ ਕੁਛ ਕੀਤਾ, ਉਹ ਇੱਕ ਇੱਕ ਕਰਕੇ ਗਿਣਾਉਣਾ ਸ਼ੁਰੂ ਕਰਤਾ। ਚਲੋ ਉਹ ਗਿਣਾਇਆ ਉਹਨਾਂ ਨੇ। ਉਹ ਗਿਣਾਉਣ ਤੋਂ ਬਾਅਦ ਉਹਨਾਂ ਨੇ ਇਸ ਕਿਸਮ ਦੀ ਗੱਲ ਤਾਂ ਨਹੀਂ ਸ਼ੁਰੂ ਕੀਤੀ ਕਿ ਇਹ ਬਿੱਲ ਕਿਵੇਂ ਠੀਕ ਨੇ। ਉਹ ਅਸੀਂ ਉਹਨਾਂ ਨੂੰ ਪਹਿਲਾਂ ਹੀ ਕਹਿਤਾ ਸੀ ਵੀ ਇਹਦੇ 'ਤੇ ਨਾ ਤੁਸੀਂ ਗੱਲ ਕਰੋ, ਇਹਦੇ ਬਾਰੇ ਤਾਂ ਸਾਡੇ ਬਹੁਤ ਸਾਰੇ ਹੋਰ ਅਸੀਂ ਲੈ ਕੇ ਆਏ ਹਾਂ ਕਿ ਸਾਡੇ ਐਕਟਸ ਦੇ ਬਾਰੇ ਸਾਡੀ ਪੋਜੀਸ਼ਨ ਇਹ ਹੈ ਕਿ ਅਸੀਂ ਇਹਨਾਂ ਨੂੰ ਰਿਪੀਲ ਕਰਾਉਣਾ ਚਾਹੁੰਦੇ ਹਾਂ, ਅਸੀਂ ਇਹਨਾਂ ਨੂੰ ਰੱਦ ਕਰਾਉਣਾ ਚਾਹੁੰਦੇ ਹਾਂ। ਪਰ ਸਾਡੇ 2 ਪਹਿਲੇ ਕੁਐਸਚਨ ਇਹ ਨੇ। ਸਭ ਤੋਂ ਪਹਿਲਾਂ ਰਾਜੇਵਾਲ ਸਾਹਿਬ ਨੇ ਇਹ ਰੱਖਿਆ ਕਿ ਸਾਨੂੰ ਇਹ ਵਿਆਖਿਆ ਦਿੱਤੀ ਜਾਵੇ, ਇਸ ਗੱਲ ਨੂੰ ਐਕਸਪਲੇਨ ਕੀਤਾ ਜਾਵੇ ਕਿ ਇੱਕ ਪਾਸੇ ਤੁਸੀਂ ਸਾਨੂੰ ਅੱਜ ਇੱਥੇ ਬੁਲਾਇਆ, ਦੂਸਰੇ ਪਾਸੇ ਪੰਜਾਬ ਦੇ ਅੰਦਰ ਉਸੇ ਸਮੇਂ 'ਤੇ ਜਦੋਂ ਅਸੀਂ 11:45 ਵਜੇ ਇੱਥੇ ਗੱਲਬਾਤ ਕਰ ਰਹੇ ਹਾਂ, ਪੰਜਾਬ ਦੇ ਅੰਦਰ ਵਰਚੁਅਲ ਕਾਨਫਰੰਸ ਰਾਹੀਂ ਕਿਸਾਨਾਂ ਨੂੰ ਇਕੱਠੇ ਕਰਕੇ ਆਪਣਾ ਕੀ ਨਾਮ ਹੈ, ਮਿਸਟਰ ਚੌਧਰੀ ਜੋ ਸਟੇਟ ਮੰਤਰੀ ਨੇ ਐਗਰੀਕਲਚਰ ਦੇ, ਕੈਲਾਸ਼ ਚੌਧਰੀ, ਉਹ ਸੰਗਰੂਰ ਦੇ ਅੰਦਰ ਮੀਟਿੰਗਾਂ ਕਰ ਰਹੇ ਨੇ, ਬਰਨਾਲੇ 'ਚ ਮੀਟਿੰਗਾਂ ਕਰ ਰਹੇ ਨੇ। ਜਾਣੀ ਇਹ ਸਾਡੇ ਨਾਲ ਮਤਲਬ ਕਿ ਸਾਡੇ ਹੀ ਕਿਸਾਨਾਂ ਨੂੰ ਭੁਲੇਖਾ ਪਾਉਣ ਲਈ
ਉਹਨਾਂ ਦੇ ਲੀਡਰਾਂ ਨੂੰ ਬੁਲਾ ਕੇ ਇੱਕ ਦੱਸਿਆ ਜਾ ਰਿਹਾ ਕਿ ਮੀਟਿੰਗ ਕਰ ਰਹੇ ਹਾਂ। ਉਹਨਾਂ ਹੀ ਪ੍ਰਸ਼ਨਾਂ ਦੇ ਉੱਤੇ, ਉਹਨਾਂ ਹੀ ਮੁੱਦਿਆਂ ਦੇ ਉੱਤੇ ਤੁਹਾਡੇ ਜਿਹੜੇ ਮੰਤਰੀ ਨੇ ਉਹ ਜਾ ਕੇ ਪੰਜਾਬ 'ਚ ਗੱਲਾਂ ਕਰ ਰਹੇ ਨੇ। ਜਾਣੀ ਇਹ ਤਾਂ ਦੋ ਗੱਲਾਂ ਹੋ ਗਈਆਂ ਵੀ ਮੰਤਰੀ ਇੱਥੇ ਸਾਡੇ ਕੋਲ ਨਹੀਂ ਆਏ, ਪੰਜਾਬ ਦੇ ਲੋਕਾਂ ਨਾਲ ਉਹ ਵਰਚੁਅਲ ਕਾਨਫਰੰਸਾਂ ਕਰ ਰਹੇ ਨੇ। ਇਹਦੇ 'ਤੇ ਜੀ ਸਾਡਾ ਮਤਲਬ ਕਿ ਅਸੀਂ ਇਹਦੇ 'ਤੇ ਅਸੀਂ ਕਾਫੀ ਰੋਸ 'ਚ ਵੀ ਜ਼ਾਹਰ ਕੀਤਾ ਔਰ ਨਾਲ ਅਸੀਂ ਇਹ ਵੀ ਕਿਹਾ ਵੀ ਇਹਦੀ ਵਿਆਖਿਆ ਚਾਹੀਦੀ ਹੈ। ਜਦੋਂ ਅਸੀਂ ਇਸ ਕਿਸਮ ਦੇ ਇੱਕ ਸੰਘਰਸ਼ ਲੜ ਰਹੇ ਹਾਂ ਉੱਥੇ, ਉਹਦੇ 'ਤੇ ਸਾਡੇ ਨਾਲ ਗੱਲਬਾਤ ਕਰਨ ਦੀ ਬਜਾਏ ਸਗੋਂ ਪੂਰੀ ਬੀਜੇਪੀ ਦੀ ਪੰਜਾਬ ਦੀ ਟੀਮ, ਬੀਜੇਪੀ ਦੀ ਕੇਂਦਰ ਦੇ ਮੰਤਰੀਆਂ ਦੀ ਟੀਮ ਸਾਡੇ ਉਸ ਸੰਘਰਸ਼ ਤੇ ਸਾਡੇ ਸੰਘਰਸ਼ ਦੇ ਮੁੱਦਿਆਂ ਦੇ ਬਾਰੇ ਸਾਡੇ ਨਾਲ ਗੱਲ ਕਰਨ ਦੀ ਬਜਾਏ ਸਰਕਾਰ ਦੀ ਜ਼ਿੰਮੇਵਾਰੀ ਹੋਣ ਦੇ ਨਾਤੇ ਅਸੀਂ ਚਾਹੁੰਦੇ ਸੀ ਕਿ ਸਾਡੇ ਨਾਲ ਉਹਨਾਂ ਨੂੰ ਗੱਲਬਾਤ ਕਰਨੀ ਚਾਹੀਦੀ ਹੈ, ਨਾ ਕਿ ਇੱਥੋਂ ਸਾਨੂੰ ਇਹਨਾਂ ਦੇ ਅਸੀਂ ਦਫ਼ਤਰ 'ਚ ਆਏ ਹੋਏ ਹਾਂ। ਉਹ ਕਿਉਂਕਿ ਉਹ ਆਪਣੇ ਤੋਮਰ ਜੀ ਦਾ ਵੀ ਆਫਿਸ ਹੈ ਕ੍ਰਿਸ਼ੀ ਭਵਨ, ਉਹ ਕੈਲਾਸ਼ ਚੌਧਰੀ ਦਾ ਵੀ ਦਫ਼ਤਰ ਹੈ, ਦਿੱਲੀ ਪ੍ਰਧਾਨ ਮੰਤਰੀ ਜੀ ਦਾ ਪੋਲੀਟੀਕਲ ਰਾਜਧਾਨੀ ਹੈ। ਸੋ ਇਹਨਾਂ ਹਾਲਤਾਂ ਦੇ ਅੰਦਰ ਤੇ ਦੂਸਰਾ ਤੁਸੀਂ ਸਾਨੂੰ ਬਾਰ-ਬਾਰ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਗੱਲ ਰੱਖੋ। ਅਸੀਂ ਤਾਂ ਇਹ ਗੱਲ ਰੱਖ ਰਹੇ ਹਾਂ। ਅਸੀਂ ਇਹ ਗੱਲ ਰੱਖ ਰਹੇ ਵੀ ਤੁਸੀਂ ਦੱਸੋ ਵੀ ਸਾਨੂੰ ਕਿਉਂ ਨਹੀਂ ਗਰੁੱਪ ਆਫ ਮਿਨਿਸਟਰ ਜਾਂ ਮੰਤਰੀ ਕਿਉਂ ਨਹੀਂ ਮਿਲ ਰਹੇ। ਕੀ ਤੁਸੀਂ ਇਸ ਗੱਲ ਦਾ ਦਾਅਵਾ ਮਤਲਬ ਕਿ ਗਰੰਟੀ ਦਿੰਦੇ ਹੋ ਕਿ ਸਾਡੀ ਨੈਕਸਟ ਰਾਊਂਡ ਜਿਹੜੀ 2 ਘੰਟੇ ਗੱਲਬਾਤ ਚੱਲਣ ਤੋਂ ਬਾਅਦ ਆਪਾਂ ਗੱਲਬਾਤ ਮੰਤਰੀ ਜੀ ਨਾਲ ਕਰਾਂਗੇ। ਖੈਰ ਇਸ ਗੱਲ ਜਦੋਂ ਅਸੀਂ ਬਾਰ-ਬਾਰ ਇਹ ਮਤਲਬ ਕਿ ਤਕਰੀਬਨ ਅਸੀਂ ਜਿਹੜੇ 7 ਦੀ ਟੀਮ ਸੀ 7 ਨੇ ਹੀ ਗੱਲਬਾਤ ਕੀਤੀ। ਉੱਧਰੋਂ ਅਗਰਾਹਾਂ ਗਰੁੱਪ ਦੇ ਵੀ 2 ਗਏ ਹੋਏ ਸੀ, ਉਹਨਾਂ 'ਚੋਂ ਇੱਕ ਨੇ ਕੀਤੀ ਗੱਲਬਾਤ। ਅਤੇ ਮੇਨ ਫੋਕਸ ਇਹੀ ਰਿਹਾ ਵੀ ਜੇ ਤੁਹਾਡੇ ਕੋਲ ਕੋਈ ਇਸ ਗੱਲ ਦਾ ਹੈ ਜਵਾਬ ਕਿ ਕਿਉਂ ਫੋਰਮ ਹੈ ਜਿਹੜਾ ਫੋਰਮ ਬਣਨਾ ਚਾਹੀਦਾ, ਫੋਰਮ ਕਿਉਂ ਨਹੀਂ ਬੁਲਾਇਆ ਗਿਆ ਅਤੇ ਕਿਉਂ ਪੰਜਾਬ ਦੇ ਅੰਦਰ ਕਿਉਂਕਿ ਅਸੀਂ ਇੱਥੋਂ ਤੱਕ ਉਹਨਾਂ ਨੂੰ ਕਿਹਾ ਕਿ ਪੰਜਾਬ ਉਹ ਸਟੇਟ ਹੈ ਜਿਹੜੀ ਸਟੇਟ ਦੇ ਵਿੱਚ ਇੱਕ ਲੰਬਾ ਸਮਾਂ ਇਸ ਕਿਸਮ ਦੀਆਂ ਮੂਵਮੈਂਟਾਂ ਚੱਲੀਆਂ ਨੇ ਔਰ ਪੰਜਾਬ ਦਾ ਕਲਚਰ ਐਂਡ ਪੰਜਾਬ ਦੀ ਹਿਸਟਰੀ ਇਸ ਕਿਸਮ ਦੀ ਹੈ ਕਿ ਅਗਰ ਤੁਸੀਂ ਉਹਨੂੰ ਮਾੜਾ ਜਿਹਾ ਵੀ ਤੀਲੀ ਨੇੜੇ ਲੈ ਕੇ ਜਾਓਗੇ ਉਹ ਦੂਰੋਂ ਹੀ ਅੱਗ ਲੱਗ ਸਕਦੀ ਹੈ। ਫਿਰ ਇੰਨੀਆਂ ਗੱਲਾਂ ਬਾਤਾਂ ਹੋਈਆਂ, ਉਸ ਤੋਂ ਬਾਅਦ ਉੱਥੇ ਕਾਫੀ ਹੰਗਾਮਾ ਵੀ ਦੇਖਣ ਨੂੰ ਮਿਲਿਆ। ਬਾਹਰ ਆ ਕੇ ਵੀ ਮੀਡੀਆ ਦੇ ਵਿੱਚ ਬਰੀਫ ਕੀਤਾ ਗਿਆ ਕਿ ਅੰਦਰ ਜੋ ਕੁਝ ਹੋਇਆ ਉਹ ਗਲਤ ਹੈ, ਸਾਡੀ ਮੰਤਰੀਆਂ ਦੇ ਨਾਲ ਗੱਲਬਾਤ ਨਹੀਂ ਕਰਵਾਈ ਗਈ। ਅੱਗੇ ਫਿਰ ਹੁਣ ਕੀ ਕਿਸਾਨਾਂ ਨੇ ਫਿਰ ਕੀ ਰਣਨੀਤੀ ਘੜੀ, ਕਿਉਂਕਿ ਦਿੱਲੀ ਤੋਂ ਤਾਂ ਇੱਕ ਤਰੀਕੇ ਨਾਲ ਖਾਲੀ ਮੁੜਨਾ ਪਿਆ, ਉੱਥੇ ਤਾਂ ਗੱਲਬਾਤ ਹੋਈ ਨਹੀਂ। ਪਹਿਲਾਂ ਜਦੋਂ ਗੱਲਬਾਤ ਚੱਲੀ ਤਾਂ ਅਸੀਂ ਫੈਸਲਾ ਕੀਤਾ ਬਈ ਹੁਣ ਕੋਈ ਫਾਇਦਾ ਨਹੀਂ ਹੈ। ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਅਸੀਂ ਇੱਥੋਂ ਹੀ ਵੀ ਸੋਚ ਕੇ ਗਏ ਸੀ ਕਿ ਅਗਰ ਉੱਥੇ ਜਾ ਕੇ ਆਪਾਂ ਨੂੰ ਜੋ ਆਪਾਂ ਚਾਹ ਰਹੇ ਹਾਂ ਉਵੇਂ ਦਾ ਮਾਹੌਲ ਨਹੀਂ ਮਿਲਦਾ ਤਾਂ ਆਪਾਂ ਨੂੰ ਅਸਲ 'ਚ ਗੱਲਬਾਤ ਨੂੰ ਅੱਗੇ ਨਹੀਂ ਵਧਾਉਣਾ ਚਾਹੀਦਾ। ਕਿਉਂਕਿ ਅਸੀਂ ਇਹ ਸੋਚ ਰਹੇ ਨਹੀਂ ਸੀ ਕਿ ਬਿੱਲਾਂ ਨੂੰ ਐਂ ਠੀਕ ਕਰ ਲਓ, ਇਹਦੇ 'ਚ ਆਹ ਸੌਦਾ ਕਰ ਲਓ, ਇਹ 'ਚੋਂ ਆਹ ਘਟਾ ਲਓ, ਇਹਦੇ 'ਚ ਆਹ ਵਧਾ ਲਓ, ਇਹਦੇ 'ਤੇ ਤਾਂ ਅਸੀਂ ਗੱਲਬਾਤ ਕਰਨੀ ਨਹੀਂ ਸੀ ਗਏ। ਸੋ ਇਸ ਕਰਕੇ ਅਸੀਂ ਫੈਸਲਾ ਕੀਤਾ, ਅਸੀਂ ਉੱਥੋਂ ਆਪਸ ਸਲਾਹ ਕਰਕੇ ਉੱਠੇ ਅਤੇ ਅਸੀਂ ਉੱਠ ਕੇ ਬਾਹਰ ਆ ਗਏ। ਬਾਹਰ ਆ ਕੇ ਕ੍ਰਿਸ਼ੀ ਭਵਨ ਦੇ ਸਾਹਮਣੇ ਸਾਡੇ ਕੁਛ ਕਿਸਾਨਾਂ ਨੇ ਮਤਲਬ ਨਾਅਰੇਬਾਜ਼ੀ ਕੀਤੀ। ਨਾਅਰੇਬਾਜ਼ੀ ਕਰਨ ਤੋਂ ਬਾਅਦ ਜਿਹੜੀਆਂ ਸਾਨੂੰ ਉਹਨਾਂ ਨੇ ਫਾਈਲਾਂ ਦੇ ਵਿੱਚੋਂ ਕਾਨੂੰਨਾਂ ਦੀਆਂ ਕਾਪੀਆਂ ਦਿੱਤੀਆਂ ਸੀਗੀਆਂ ਉਹਨਾਂ ਨੂੰ ਉੱਥੇ ਪਾੜਨ ਤੋਂ ਬਾਅਦ ਪ੍ਰੈਸ ਨੂੰ ਸੰਬੋਧਨ ਕੀਤਾ ਅਤੇ ਪ੍ਰੈਸ ਨੂੰ ਸੰਬੋਧਨ ਕਰਕੇ ਅਲੱਗੋ-ਅਲੱਗ ਜਿਹੜੇ ਸਾਡੇ ਸੀਗੇ ਆਗੂ ਸਾਹਿਬਾਨ ਫਿਰ ਅਸੀਂ ਵਾਪਸ ਪੰਜਾਬ ਨੂੰ ਚਾਲੇ ਪਾਤੇ। ਪੰਜਾਬ 'ਚ ਆ ਕੇ ਅਗਲੇ ਦਿਨ ਅਸੀਂ ਮੀਟਿੰਗ ਰੱਖੀ ਹੋਈ ਸੀ। ਫਿਰ ਅਗਲੇ ਦਿਨ ਜਿਹੜੀ ਮੀਟਿੰਗ ਸੀ ਉਹ ਕੱਲ੍ਹ ਹੋਈ ਹੈ, ਕੱਲ੍ਹ ਸ਼ਾਮ ਦੀ ਮੀਟਿੰਗ ਹੋਈ ਹੈ। ਇਸ ਸਭ ਦੇ ਦਰਮਿਆਨ ਮੈਨੂੰ ਇਹ ਦੱਸੋ ਕਿ ਤੁਹਾਨੂੰ ਮੁੜ ਕੇ ਉੱਥੋਂ ਕੋਈ ਫੋਨ ਨਹੀਂ ਆਇਆ ਕੇਂਦਰ ਤੋਂ? ਉਹਨਾਂ ਨੇ ਆ ਕੇ ਫੋਨ 'ਤੇ ਤੁਹਾਨੂੰ ਸੱਦਿਆ ਹੋਵੇ ਦੁਬਾਰਾ ਕਿ ਨਹੀਂ ਵਾਪਸ ਆਓ ਜਾਂ ਅੰਦਰ ਆਓ, ਜਾਂ ਫਿਰ ਤੁਹਾਡੀ ਹੁਣ ਅਸੀਂ ਮੰਤਰੀਆਂ ਦੇ ਨਾਲ ਜਾਂ ਪ੍ਰਧਾਨ ਮੰਤਰੀ ਸਾਹਿਬ ਤੱਕ ਵੀ ਭਾਜਪਾ ਵਾਲੇ ਭਰੋਸਾ ਦੇ ਰਹੇ ਨੇ ਕਿ ਅਗਲੀ ਮੀਟਿੰਗ ਸ਼ਾਇਦ ਉਹਨਾਂ ਨਾਲ ਕਰਵਾ ਦਈਏ? ਨਹੀਂ, ਉਸੇ ਔਨ ਦਾ ਸਪੌਟ ਹੀ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਬੈਠਣ ਦੀ ਕੋਸ਼ਿਸ਼ ਕਰੋ, ਬੈਠੋ। ਰਿਕੁਐਸਟ ਵੀ ਕਰਨ ਲੱਗੇ, ਖਾਣਾ ਖਾ ਕੇ ਜਾਓ। ਖਾਣਾ ਬਣਿਆ ਪਿਆ, ਅਸੀਂ ਕਿਹਾ ਜੀ ਖਾਣਾ ਨਹੀਂ ਅਸੀਂ ਖਾ ਕੇ ਜਾਣਾ। ਮਤਲਬ ਕਿ ਇੱਕ ਤਰ੍ਹਾਂ ਨਾਲ ਜਦੋਂ ਇੱਕ ਤਰ੍ਹਾਂ ਦਾ ਇਹ ਕਹਿ ਲਓ ਵੀ ਪ੍ਰੋਟੈਸਟ 'ਚ ਹੀ ਉੱਠੇ ਸੀ ਅਸੀਂ, ਖਾਣਾ ਕੀ ਖਾਣਾ ਸੀ। ਸੋ ਆ ਕੇ ਅਸੀਂ ਫਿਰ ਆਪਣੀ ਮੀਟਿੰਗ, ਕੋਈ ਫੋਨ ਵੀ ਨਹੀਂ ਆਇਆ ਸਾਨੂੰ ਬਾਅਦ 'ਚ, ਕੋਈ ਐਸੀ ਪਹੁੰਚ ਨਹੀਂ ਕੀਤੀ ਗਈ ਕਿਸੇ ਵੱਲੋਂ। ਉਸ ਤੋਂ ਬਾਅਦ ਅਸੀਂ ਆ ਕੇ ਆਪਣਾ ਪਹਿਲਾ ਫੈਸਲਾ ਇਹ ਕੀਤਾ ਕਿ ਜੋ ਕੱਲ੍ਹ ਹੋਇਆ ਉਹ ਗਲਤ ਕੀਤਾ, ਕੇਂਦਰ ਸਰਕਾਰ ਦੀ ਕੰਡੈਮਨੇਸ਼ਨ ਕੀਤੀ ਅਤੇ ਕੱਲ੍ਹ 17 ਤਰੀਕ ਨੂੰ ਸਾਰੇ ਪੰਜਾਬ ਦੇ ਅੰਦਰ ਮੋਦੀ ਦੀਆਂ ਅਰਥੀਆਂ ਸਾੜਨ ਦਾ ਫੈਸਲਾ ਕੀਤਾ, ਰੋਸ ਮੁਜ਼ਾਹਰੇ ਕਰਨ ਦਾ। ਜਿੱਥੇ ਜਿੱਥੇ ਵੀ ਲੱਗੇ ਹੋਏ ਨੇ ਧਰਨੇ ਸਭ ਜਗ੍ਹਾ ਅਰਥੀਆਂ ਸਾੜੀਆਂ ਜਾਣਗੀਆਂ। ਇੱਕ ਦੂਸਰਾ ਅਸੀਂ ਫੈਸਲਾ ਕੀਤਾ ਕਿ ਬੀਜੇਪੀ ਦਾ
ਜ਼ਿਲ੍ਹਾ ਪ੍ਰਧਾਨ ਤੋਂ ਲੈ ਕੇ ਉੱਪਰ ਜਿੰਨੇ ਵੀ ਲੀਡਰ ਨੇ ਸੂਬੇ ਦੇ ਚੁਣੇ ਹੋਏ ਜਾਂ ਪੁਰਾਣੇ ਚੁਣੇ ਹੋਏ ਐਕਸ ਐਮਐਲਏ ਐਕਸ ਐਮਪੀ ਨੇ ਜਿਹੜੇ ਵੱਡੇ ਲੀਡਰ ਨੇ, ਉਹਨਾਂ ਵੱਡੇ ਲੀਡਰਾਂ ਦੇ ਵੱਖੋ-ਵੱਖ ਤਰੀਕਿਆਂ ਨਾਲ ਜਿੱਥੇ ਵੀ ਪ੍ਰੋਟੈਸਟ ਹੋ ਸਕਦਾ, ਜਿੱਥੇ ਵੀ ਉਹਨਾਂ ਦੇ ਘਿਰਾਓ ਹੋ ਸਕਦੇ ਨੇ, ਜਿੱਥੇ ਵੀ ਉਹਨਾਂ ਦੇ ਮੁਜ਼ਾਹਰੇ ਧਰਨੇ ਲੱਗ ਸਕਦੇ ਨੇ। ਜੇ ਕਿਸੇ ਦਾ ਘਰ ਮੰਨ ਲਓ ਭੀੜੀ ਜਗ੍ਹਾ ਤੇ ਹੈ, ਉਹ ਤੁਸੀਂ ਦਿਨੇ ਧਰਨਾ ਲਾਓ, ਸ਼ਾਮ ਨੂੰ ਵਾਪਸ ਆ ਜਾਓ। ਜਿੱਥੇ ਖੁੱਲੀ ਜਗ੍ਹਾ ਤੇ ਹੈ ਉਹਨਾਂ ਦਾ ਦਫ਼ਤਰ, ਉੱਥੇ ਦਿਨ ਰਾਤ ਦਾ ਧਰਨਾ ਲਾ ਲਓ। ਯਾਨੀ ਇਹ ਇੱਕ ਜਿਹੜੀ ਬੀਜੇਪੀ ਦੇ ਖਿਲਾਫ ਇੱਕ ਜਿਹੜੀ ਲਹਿਰ ਹੈ, ਉਹਨਾਂ ਦੇ ਖਿਲਾਫ ਪ੍ਰੋਟੈਸਟ ਕਰਨ ਦੀ ਅਸੀਂ ਐਲਾਨ ਕੀਤੀ ਹੈ। ਤੀਸਰਾ ਸਾਡਾ ਹੈ ਕਿ ਇਹ ਰੇਲ ਜਿਹੜੇ ਜਾਮ ਨੇ ਇਹ ਜਾਰੀ ਰਹਿਣਗੇ। 20 ਨੂੰ ਅਸੀਂ ਦੁਬਾਰੇ ਮੀਟਿੰਗ ਸੱਦੀ ਹੈ। ਨਾਲ ਦੀ ਨਾਲ ਟੋਲ ਪਲਾਜ਼ੇ ਅਤੇ ਪੈਟਰੋਲ ਪੰਪ ਜਿਹੜੇ ਨੇ ਉਹਨਾਂ ਦੇ ਘਿਰਾਓ ਜਾਰੀ ਰਹਿਣਗੇ। ਅਤੇ ਇਹਦੇ ਨਾਲ ਅਸੀਂ ਮਤਲਬ ਕਿ ਆਉਣ ਵਾਲੇ ਸਮੇਂ ਦੇ ਅੰਦਰ 20 ਦੀ ਮੀਟਿੰਗ ਦੇ ਵਿੱਚ ਇਹਨੂੰ ਹੋਰ ਤੇਜ਼ ਕਿਵੇਂ ਕਰਨਾ ਹੈ ਉਹਦੀ ਯੋਜਨਾ ਬਣਾਵਾਂਗੇ। ਸੋ ਸਾਡਾ ਪੁਰਾਣਾ ਸੰਘਰਸ਼ ਤੇ ਜਾਰੀ ਹੈ। ਠੋਸ ਰੂਪ ਦੇ ਵਿੱਚ ਬੀਜੇਪੀ ਦੇ ਇੱਕ ਦਿਸ਼ਾ ਦੇ ਅੰਦਰ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਸੂਬੇ ਦੀਆਂ ਜਥੇਬੰਦੀਆਂ ਵੱਲੋਂ ਐਲਾਨ ਕਰ ਦਿੱਤਾ ਗਿਆ। ਹੁਣ ਜ਼ਿਲ੍ਹਾ ਪੱਧਰਾਂ ਦੇ ਉੱਤੇ ਸਾਡੀਆਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਇਹ ਤੈਅ ਕਰਨਾ ਹੈ ਵੀ ਕਿਹੜਾ ਜ਼ਿਲ੍ਹਾ ਪ੍ਰਧਾਨ, ਕਿਹੜਾ ਐਮਪੀ, ਕਿਹੜਾ ਐਮਐਲਏ, ਕਿਹੜੇ ਐਕਸ ਐਮਐਲਏ ਜਾਂ ਐਕਸ ਐਮਪੀ ਨੇ, ਉਹਨਾਂ ਦਾ 1-2 ਦਿਨਾਂ ਦੇ ਵਿੱਚ ਪ੍ਰੋਗਰਾਮ ਸ਼ੁਰੂ ਹੋ ਜਾਣਗੇ। ਰੇਲ ਪਟੜੀਆਂ ਲਗਾਤਾਰ ਘੇਰੀਆਂ ਹੋਈਆਂ, ਪਰ ਕੈਪਟਨ ਸਾਹਿਬ ਤਾਂ ਕਹਿੰਦੇ ਨੇ ਕਿ ਪਟੜੀਆਂ ਖਾਲੀ ਕਰ ਦਿਓ। ਲਗਾਤਾਰ ਕਿਸਾਨਾਂ ਨੂੰ ਕਿਹਾ ਜਾ ਰਿਹਾ। ਇੱਕ ਵਿਧਾਨ ਸਭਾ ਸੈਸ਼ਨ ਵੀ ਸੱਦ ਲਿਆ ਗਿਆ 19 ਤਰੀਕ ਨੂੰ। ਕੀ ਲੱਗਦਾ ਕਿ ਸਰਕਾਰ ਜਿਹੜੀ ਪੰਜਾਬ ਦੀ ਉਹ ਕਿਸ ਦਿਸ਼ਾ ਵੱਲ ਚੱਲ ਰਹੀ ਹੈ? ਇਹਦਾ ਦੇਖੋ, ਇੱਕ ਤਾਂ ਰੇਲ ਪਟੜੀਆਂ ਅਸੀਂ ਕੱਲ੍ਹ ਦੀ ਮੀਟਿੰਗ 'ਚ ਸੋਚ ਸਕਦੇ ਸੀਗੇ, ਲੇਕਿਨ ਕਿਉਂਕਿ ਮੈਂ ਪਹਿਲਾਂ ਵੀ ਸ਼ਾਇਦ ਕਿਹਾ ਵੀ ਕੇਂਦਰ ਸਰਕਾਰ ਦਾ ਇੱਕ ਸਿੰਬਲ ਹੈ, ਆਈਕਨ ਹੈ ਰੇਲਵੇ। ਕੇਂਦਰ ਸਰਕਾਰ ਨੇ ਜਦੋਂ 1 ਦਿਨ ਪਹਿਲਾਂ ਸਾਡੇ ਨਾਲ ਇਸ ਕਿਸਮ ਦਾ ਬਿਹੇਵ ਕੀਤਾ ਤਾਂ ਸਾਡੇ ਲਈ ਮੋਰਲੀ, ਪੋਲੀਟੀਕਲੀ, ਐਥੀਕਲੀ ਇੱਕ ਵੱਡਾ ਸਵਾਲ ਸੀ ਕਿ ਕੀ ਰੇਲ ਪਟੜੀਆਂ ਛੱਡੀਆਂ ਜਾਣ, ਜਦੋਂ ਲੋਕ ਸੰਘਰਸ਼ ਨੇ ਜਾਂ ਬਾਹਰ ਵੀ ਨੇ, ਈਵਨ ਬਾਹਰਲੇ ਮੁਲਕਾਂ ਤੋਂ ਵੀ ਫੋਨ ਆ ਰਹੇ ਨੇ ਵੀ ਯਾਰ ਤੁਹਾਨੂੰ ਅਸਲ 'ਚ ਸੰਘਰਸ਼ ਨੂੰ ਤੇਜ਼ ਕਰਨਾ ਚਾਹੀਦਾ। ਕੇਂਦਰ ਸਰਕਾਰ ਨੇ ਪੰਜਾਬੀਆਂ ਨਾਲ ਬਲਫ ਕੀਤਾ, ਕਿਸਾਨਾਂ ਨਾਲ ਬਲਫ ਕੀਤਾ। ਸੋ ਇਹਦੇ ਵਿੱਚ ਅਸੀਂ ਇਹ ਤੈਅ ਕੀਤਾ ਕਿ ਇਹਨੂੰ ਅਸੀਂ ਜਾਰੀ ਰੱਖੀਏ। ਕੈਪਟਨ ਸਾਹਿਬ ਨੇ ਜੋ ਅਪੀਲ ਕੀਤੀ ਸੀ ਉਹ ਅਸੀਂ ਅਪੀਲ ਨੂੰ ਸੁਣਿਆ ਸੀ। ਮੈਂ ਤਾਂ ਹੀ ਕਹਿੰਦਾ ਕਿ ਇਹਨੂੰ ਅਸੀਂ ਕੱਲ੍ਹ ਵਿਚਾਰ ਸਕਦੇ ਸੀ ਅਗਰ ਕੇਂਦਰ ਵੱਲੋਂ ਕੋਈ ਪ੍ਰੋਪਰਲੀ ਮੀਟਿੰਗ ਸਾਡੇ ਨਾਲ ਕੀਤੀ ਗਈ ਹੁੰਦੀ। ਸੋ ਅਸੀਂ ਉਸ ਨੂੰ ਅੱਗੇ ਵਧਾਤਾ 20 ਤੱਕ। 20 ਨੂੰ ਅਸੀਂ ਮੁੜ ਵਿਚਾਰਾਂਗੇ ਇਹਨਾਂ ਮਸਲਿਆਂ ਦੇ ਉੱਤੇ। ਦੂਸਰਾ, ਕੇਂਦਰ ਸਾਹਿਬ ਨੇ ਕੇਂਦਰ ਨੇ ਅਮਰਿੰਦਰ ਸਿੰਘ ਹੁਣਾਂ ਨੇ ਅਸੈਂਬਲੀ ਦਾ ਸੈਸ਼ਨ ਸੱਦਿਆ। ਇਹ ਵੀ ਅਸੀਂ ਐਂ ਸੋਚਦੇ ਕਿ ਅਸੈਂਬਲੀ ਦਾ ਸੈਸ਼ਨ ਵੀ ਅਸੀਂ ਕਾਫੀ ਪ੍ਰੈਸ਼ਰ ਪਾਇਆ ਸੀ, ਮੰਗ ਵੀ ਕੀਤੀ ਸੀ, ਉਹਨਾਂ ਨੇ ਸੱਦ ਲਿਆ। ਇਹ ਸਾਡੀ ਜਥੇਬੰਦੀਆਂ ਦੀ ਇੱਕ ਕਹਿ ਲਓ ਵੀ ਜੋ ਸਾਡੀ ਮੰਗ ਸੀ ਉਹ ਸਾਡੀ ਪ੍ਰਾਪਤੀ ਹੈ। ਦੂਸਰਾ ਇਹ ਹੈ ਕਿ ਜਦੋਂ ਅਮਰਿੰਦਰ ਸਿੰਘ ਹੁਣੀ ਪੰਜਾਬ ਅਸੈਂਬਲੀ ਦਾ ਸੈਸ਼ਨ ਸੱਦ ਲਿਆ ਤਾਂ ਜਥੇਬੰਦੀਆਂ ਨੇ ਜਿਹੜਾ ਐਲਾਨ ਕੀਤਾ ਸੀ ਕਿ ਅਸੀਂ ਅਗਲੀ ਮੀਟਿੰਗ ਦੇ ਵਿੱਚ ਇਹਨਾਂ ਦਾ ਵੀ ਵੇਟ ਕਰਾਂਗੇ ਅਤੇ ਇਹਨਾਂ ਦੇ ਖਿਲਾਫ ਵੀ ਉਹੀ ਪ੍ਰੋਟੈਸਟ ਕਰਾਂਗੇ ਜੋ ਬੀਜੇਪੀ ਦੇ ਖਿਲਾਫ ਕਰ ਰਹੇ ਆ। ਉਹਨੂੰ ਫਿਰ ਅਸੀਂ ਕੱਲ੍ਹ ਦੀ ਮੀਟਿੰਗ ਦੇ ਵਿੱਚ ਫॉर ਦਾ ਟਾਈਮਿੰਗ ਵਿਦਹੈਲਡ ਕਰ ਲਿਆ, ਰੋਕ ਲਿਆ। ਅਤੇ ਇਸ ਕਰਕੇ ਫਿਰ ਅਸੀਂ ਇਹ ਜਿਹੜੇ ਇਹਨਾਂ ਦਾ ਅਸੀਂ ਦੇਖਾਂਗੇ। ਇਹਨਾਂ ਨੂੰ ਅਸੀਂ ਮਤਲਬ ਕਿ ਇਹਨਾਂ ਦੇ ਮੰਤਰੀਆਂ ਦੀ ਇੱਕ ਟੀਮ ਬਣਾਈ ਹੈ, ਉਹਨਾਂ ਨੂੰ ਅਸੀਂ ਆਪਣੇ ਵੱਲੋਂ ਵਕੀਲ ਵੀ ਪ੍ਰੋਵਾਈਡ ਕੀਤਾ ਹੈ। ਉਹ ਵਕੀਲ ਸਾਡੇ ਕਿਸਾਨ ਜਥੇਬੰਦੀਆਂ ਦੀ ਇੱਕ ਤਰ੍ਹਾਂ ਦੀ ਨੁਮਾਇੰਦਗੀ ਕਰਨ ਵਾਲਾ ਵਕੀਲ ਹੈ, ਜਿਹੜਾ ਐਕਟ ਬਣੂਗਾ ਉਹ ਕਿੱਦਾਂ ਹੋਣਾ ਚਾਹੀਦਾ, ਉਹ 'ਚ ਕੀ ਨਹੀਂ ਹੋਣਾ ਚਾਹੀਦਾ, ਉਹ ਅਸੀਂ ਆਪਣੇ ਵੱਲੋਂ ਵਕੀਲ ਇਹਨਾਂ ਨੂੰ ਦਿੱਤਾ ਇੱਕ। ਅਤੇ ਜਿਹੜਾ ਕੈਪਟਨ ਸਾਹਿਬ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਹਨੇਰਾ ਛਾ ਜਾਏਗਾ, ਰੇਲ ਪਟੜੀਆਂ ਖਾਲੀ ਕਰੋ, ਉਹਨੂੰ ਕਿੱਦਾਂ ਦੇਖਦੇ ਹੋ ਕਿ ਬਿਜਲੀ ਵਾਲੀ ਗੱਲ ਕਿਸਾਨਾਂ ਨੂੰ ਫੋਰਸ ਕੀਤਾ ਜਾ ਰਿਹਾ? ਦੇਖੋ, ਬਿਜਲੀ ਵਾਲੀ ਜਿਹੜੀ ਗੱਲ ਹੈ ਇਹਦੇ 'ਚ ਮੈਂ ਅੰਕੜੇ ਪਹਿਲਾਂ ਵੀ ਤੁਹਾਡੇ ਨਾਲ ਸਾਂਝੇ ਕੀਤੇ ਸੀ ਕਿ 6,500 ਮੈਗਾਵਾਟ ਹੈ ਜਿਹੜੀ ਉਹ ਅਸੀਂ ਸੈਂਟਰਲ ਪੂਲ 'ਚੋਂ ਲੈ ਸਕਦੇ ਹਾਂ। ਨੰਬਰ 1, 2000 ਤੋਂ ਉੱਪਰ ਮੈਗਾਵਾਟ ਸਾਡੀ ਜਿਹੜੀ ਹੈ ਉਹ ਸਾਨੂੰ ਹਾਈਡਰੋ ਅਤੇ BBMB ਤੋਂ ਮਿਲਦੀ ਹੈ। ਕੁਛ ਸਾਨੂੰ ਮਿਲਦੀ ਆ ਜਿਹੜੀ ਸਾਡੀ ਰੀਨਿਊਏਬਲ ਐਨਰਜੀ ਹੈ ਸੋਲਰ ਵਗੈਰਾ ਤੋਂ। ਸੋ ਇਹ ਜਿਹੜੀ ਸਾਡੀ ਐਨਰਜੀ ਹੈ ਸਾਨੂੰ ਅੱਜ ਕੱਲ੍ਹ 7,500 ਮੈਗਾਵਾਟ ਹੈ ਜਿਹੜੀ ਉਹਦੀ ਜ਼ਰੂਰਤ ਹੈ। 8,000 ਵੱਧ ਤੋਂ ਵੱਧ ਹੋ ਸਕਦੀ ਹੈ। ਸੋ ਕੋਈ ਢੇਰਾ ਪੈਣ ਵਾਲੀ ਗੱਲ ਨਹੀਂ ਹੈ। ਫਿਰ ਆਪਾਂ ਕੁੱਲ ਮਿਲਾ ਕੇ ਮੈਂ ਉਸੇ ਗੱਲ ਤੇ ਆ ਰਿਹਾ ਕਿ ਕੀ ਮੰਨੀਏ ਕਿ ਕੈਪਟਨ ਸਾਹਿਬ ਲਗਾਤਾਰ ਇਹ ਗੱਲ ਕਿਉਂ ਕਹਿ ਰਹੇ ਨੇ ਕਿਸਾਨਾਂ ਦੇ ਪਿੱਛੇ ਬਿਜਲੀ 'ਚ ਵੀ ਕਟੌਤੀ ਕਰ ਦਿੱਤੀ ਗਈ, ਇਹ ਲਗਾਤਾਰ ਕਿਉਂ ਇਹੋ ਜਿਹੀਆਂ ਗੱਲਾਂ ਹੋ ਰਹੀਆਂ?
ਨਹੀਂ, ਮੈਨੂੰ ਇਹ ਲੱਗਦਾ ਕਿ ਜਿੰਨੇ ਦਿਨ ਦਾ ਰੌਲਾ ਪੈ ਰਿਹਾ ਹੁਣ ਉਹਨੇ ਰਛ ਆ ਜਾਂਦਾ ਫਿਰ, ਜੇ ਉਹਨਾਂ ਦੀ ਗੱਲ ਸਹੀ ਹੁੰਦੀ। ਬਿਜਲੀ ਪਾਵਰਕਾਮ ਨੇ ਵੀ ਸਟੇਟਮੈਂਟ ਦਿੱਤੀ ਕਿ ਸਾਨੂੰ ਕੋਈ ਥੋੜ ਨਹੀਂ ਹੈ। ਸੱਚੀ ਮੁੱਚੀ ਅਗਰ ਤੁਸੀਂ ਉਹਨਾਂ ਦੇ ਅੰਕੜੇ ਦੇਖ ਲਓ ਅੱਜ ਦੀ ਕਿਸੇ ਆਫੀਸ਼ੀਅਲ ਤੋਂ ਮੰਗ ਕੇ, ਤਾਂ ਤੁਹਾਨੂੰ ਉਹ ਅੰਕੜਿਆਂ ਦੇ ਮੁਤਾਬਕ ਪਤਾ ਲੱਗ ਜਾਊਗਾ ਕਿ ਕਿੰਨੀ ਬਿਜਲੀ ਸਾਤੋਂ ਕਿੱਥੋਂ ਆ ਰਹੀ ਹੈ, ਕਿੰਨੀ ਸਾਡੇ ਕੋਲ ਹੈਗੀ ਹੈ। ਅਜੇ ਵੀ ਅਸੀਂ 6,500 ਜਿਹੜੀ ਮੈਗਾਵਾਟ ਹੈ ਉਹ ਪੂਰੀ ਨਹੀਂ ਲੈ ਰਹੇ ਬਾਹਰੋਂ ਵੀ। ਫਿਰ ਉਹ ਜਿਹੜਾ ਕਹਿ ਰਹੇ ਨੇ ਕਿ ਥਰਮਲ ਪਲਾਂਟ ਉਹ ਬੰਦ ਕਰਨਾ ਪਿਆ, ਹੁਣ ਉਹ ਨਾ ਕਰਨਾ ਪਿਆ ਜੇ ਇਹ ਥਰਮਲ ਪਲਾਂਟ ਬੰਦ ਹੋ ਰਿਹਾ। ਦੇਖੋ, ਮੈਂ ਇੰਨੀ ਕੁ ਗੱਲ ਕਰਨੀ ਚਾਹੁੰਦਾ ਕਿ ਅਗਰ ਕੰਜ਼ੰਪਸ਼ਨ ਸਾਡੀ ਵੱਧਦੀ ਹੈ, ਥਰਮਲ ਪਲਾਂਟ ਬੰਦ ਹੁੰਦੇ ਨੇ, ਤਾਂ ਥੋੜ੍ਹੀ ਰੈਸ਼ਨਿੰਗ ਕਰਨੀ ਪਊਗੀ ਤੇ ਥੋੜ੍ਹੇ ਕੱਟ ਲੱਗ ਸਕਦੇ ਨੇ। ਐ ਨਹੀਂ ਕਿ ਬਿਲਕੁਲ ਨਹੀਂ ਲੱਗ ਸਕਦੇ, ਪਰ ਹਨੇਰਾ ਛਾ ਜਾਊਗਾ, ਬਲੈਕ ਆਊਟ ਹੋ ਜਾਊਗਾ, ਇਹ ਬਿਲਕੁਲ ਠੀਕ ਨਹੀਂ ਹੈ ਗੱਲ ਇਹ। ਇਸ ਕਰਕੇ ਅਸੀਂ ਇਹ ਸੋਚਦੇ ਹਾਂ ਕਿ ਅਗਰ ਬਿਜਲੀ ਦਾ, ਖਾਦਾਂ ਦਾ, ਬਾਰਦਾਨੇ ਦਾ, ਇਸੈਂਸ਼ੀਅਲ ਕਮੋਡਿਟੀਜ਼ ਦਾ, ਕੁਛ ਕਿਸੇ ਵੀ ਚੀਜ਼ਾਂ ਦਾ ਅਗਰ ਇਸ ਕਿਸਮ ਦਾ ਥੋੜ ਜੰਮੂ ਕਸ਼ਮੀਰ 'ਚ ਪੰਜਾਬ ਦੇ ਲੋਕਾਂ ਨੂੰ ਅਗਰ ਇਸ ਕਿਸਮ ਦੀ ਕੋਈ ਹੁੰਦੀ ਹੈ, ਅਸੀਂ ਸੋਚ ਲਾਂਗੇ। ਸਾਡੇ ਵੀ ਕਿਸਾਨਾਂ ਦੇ ਵੀ ਸਿਰਾਂ 'ਚ ਦਿਮਾਗ ਨੇ, ਅਸੀਂ ਵੀ ਡਿਸਕਸ਼ਨ ਕਰਦੇ ਹਾਂ ਬਹੁਤ ਸਾਰੇ ਟ੍ਰੇਡ ਯੂਨੀਅਨਿਸਟਾਂ ਨਾਲ, ਬਹੁਤ ਸਾਰੇ ਬੁੱਧੀਜੀਵੀਆਂ ਨਾਲ, ਬਹੁਤ ਸਾਰੇ ਇਕੋਨੋਮਿਸਟਾਂ ਨਾਲ ਇਹਨਾਂ ਮਸਲਿਆਂ 'ਤੇ। ਸੋ ਸਾਨੂੰ ਜੇ ਲੱਗਦਾ ਹੋਊਗਾ ਵੀ ਹੁਣ ਇਹ ਲੋਕਾਂ ਵਾਸਤੇ ਸਾਨੂੰ ਰਾਹ ਖੋਲ੍ਹ ਦੇਣਾ ਚਾਹੀਦਾ, ਅਸੀਂ ਖੋਲ੍ਹ ਦਾਂਗੇ। ਅਤੇ ਜਦੋਂ ਤੱਕ ਸਾਡਾ ਪ੍ਰੋਟੈਸਟ ਹੈ ਸੈਂਟਰ ਦੇ ਖਿਲਾਫ, ਅਤੇ ਉਦੋਂ ਜਦੋਂ ਤੱਕ ਲੋਕਾਂ ਨੂੰ ਉਹ ਸਮੱਸਿਆਵਾਂ, ਜਿਵੇਂ ਲੋਕ ਸਾਡੇ ਪੂਰੀ ਵਢਾਈ 'ਚ ਲੱਗੇ ਹੋਏ ਨੇ, ਕਣਕਾਂ ਬੀਜਣੀਆਂ ਨੇ, DAP ਦੀ ਜ਼ਰੂਰਤ ਹੈ। ਜਦੋਂ ਸਾਨੂੰ ਲੱਗੂਗਾ ਕਿ DAP ਦੀ ਸ਼ਾਰਟੇਜ ਹੋਣ ਲੱਗੀ ਹੈ, ਸਾਨੂੰ ਥੱਲਿਓਂ ਲੋਕ ਚੀਕਾਂ ਮਾਰ ਕੇ ਸਾਨੂੰ ਹੀ ਕਹਿਣ ਲੱਗ ਜਾਣਗੇ। ਬਿਜਲੀ ਦੀ ਸ਼ਾਰਟੇਜ ਆਊਗੀ, ਲੋਕ ਕਹਿਣ ਲੱਗ ਜਾਣਗੇ ਸਾਨੂੰ ਤਾਂ ਫੋਨ ਇੱਕ ਫੀਡਰ 'ਤੇ ਬਿਜਲੀ ਦੀ ਪ੍ਰੋਬਲਮ ਆ ਜੇ ਨਾਲ ਦੀ ਨਾਲ ਫੋਨ ਆਉਣੇ ਸ਼ੁਰੂ ਹੋ ਜਾਂਦੇ ਆ। ਸੋ ਜਦੋਂ ਉਹ ਪ੍ਰੋਬਲਮ ਆਊਗੀ ਅਸੀਂ ਇਮੀਡੀਏਟਲੀ ਐਮਰਜੈਂਸੀ ਮੀਟਿੰਗ ਕਰਕੇ ਆਪਣੀ ਕੋਈ ਫੈਸਲਾ ਕਰ ਲਾਂਗੇ। ਕੋਈ ਰੂਪਰੇਖਾ ਚੇਂਜ ਕਰੋਗੇ। ਅਖੀਰ ਦੇ ਵਿੱਚ ਇਹ ਦੱਸੋ ਕਿ ਕਿਸਾਨਾਂ ਦਾ ਅਗਲਾ ਕੋਈ ਨੀਤੀ ਇਹੋ ਜਿਹੀ ਹੈਗੀ ਕਿ ਜਾ ਕੇ ਦਿੱਲੀ ਨੂੰ ਘੇਰਨਾ ਜਾਂ ਦਿੱਲੀ ਦੇ ਵਿੱਚ ਜਾ ਕੇ ਪ੍ਰਦਰਸ਼ਨ, ਜਾਂ ਇੱਥੋਂ ਪੰਜਾਬ ਤੋਂ ਕੂਚ ਕਰਕੇ ਦਿੱਲੀ ਤੱਕ ਪਹੁੰਚਣਾ? ਉਹ ਦੇਖੋ, ਸਾਡਾ 26-27 ਨਵੰਬਰ ਦਾ ਕਿਸਾਨ ਜਥੇਬੰਦੀਆਂ ਦਾ ਜਿਹੜਾ 255 ਕਿਸਾਨ ਜਥੇਬੰਦੀਆਂ ਦਾ ਮੋਰਚਾ ਹੈ, ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ, ਉਹਦੇ ਯੋਗਿੰਦਰ ਯਾਦਵ ਜੀ ਹੁਣੀ ਹੁਣ ਹਰਿਆਣੇ ਦੇ ਵਿੱਚ ਵੀ ਸਰਸੇ ਦੇ ਵਿੱਚ ਉਹਦੇ ਮੈਂਬਰ ਨੇ ਸਾਡੇ ਵਰਕਿੰਗ ਗਰੁੱਪ ਦੇ। ਰਾਤੀ ਸਾਡੀ ਮੀਟਿੰਗ ਹੋਈ ਸੀ ਆਪਣੀ ਜ਼ੂਮ 'ਤੇ, ਉਹਦੇ ਵਿੱਚ ਵੀ ਸਾਡੀ ਡਿਸਕਸ਼ਨ ਹੋਈ ਹੈ ਇਸ ਮਸਲੇ 'ਤੇ। ਹਰਿਆਣੇ ਦੇ ਸੰਘਰਸ਼ ਨੂੰ ਕਿਵੇਂ ਤੇਜ਼ ਕਰਨਾ ਹੈ, ਕਾਮਯਾਬ ਕਰਨਾ ਹੈ, ਪੰਜਾਬ ਦੇ ਨੂੰ ਕਿਵੇਂ ਕਰਨਾ ਹੈ। 26-27 ਦਾ ਅਸੀਂ ਉਸ ਫੋਰਮ ਵੱਲੋਂ ਇੱਕ ਦਿੱਲੀ ਚਲੋ, ਦਿੱਲੀ ਡੇਰਾ ਲਾਓ, ਇਸ ਕਿਸਮ ਦਾ ਅਸੀਂ ਨਾਅਰਾ ਦੇ ਕੇ 26-27 ਨਵੰਬਰ ਦਾ ਤੈਅ ਕੀਤਾ ਹੋਇਆ। ਇਹ ਤੋਂ ਇਲਾਵਾ ਵੀ ਇੱਕ ਹੋਰ ਜਿਹਦੇ ਵਿੱਚ ਅਸੀਂ ਵੀ ਸ਼ਾਮਲ ਹਾਂ, ਇੱਕ ਤੈਅ ਕੀਤਾ ਹੋਇਆ 5 ਨਵੰਬਰ ਨੂੰ ਸਾਰੇ ਦੇਸ਼ ਦੇ ਵਿੱਚ 10 ਵਜੇ ਤੋਂ ਲੈ ਕੇ 4 ਵਜੇ ਤੱਕ ਚੱਕਾ ਜਾਮ। ਸੋ 2 ਨੈਸ਼ਨਲ ਲੈਵਲ ਦੇ ਸੱਦੇ ਨੇ। ਤੀਸਰਾ ਹੈ ਕਿ ਦੁਸਹਿਰੇ ਤੋਂ ਕੁਛ ਦਿਨ ਪਹਿਲਾਂ ਛੇਤੀ ਜਾਂ 2-4 ਦਿਨ ਬਾਅਦ ਅਸੀਂ ਇੱਕ ਮੀਟਿੰਗ ਸੱਦ ਰਹੇ ਹਾਂ ਦਿੱਲੀ 'ਚ, ਪ੍ਰੈਫਰੇਬਲੀ ਦਿੱਲੀ 'ਚ, ਮੇਬੀ ਚੰਡੀਗੜ੍ਹ ਵੀ ਹੋ ਸਕਦੀ ਹੈ, ਜਿਹਦੇ ਵਿੱਚ ਜਿਵੇਂ ਸਾਡਾ ਮੋਰਚਾ ਬਣਿਆ ਹੋਇਆ ਐਵੇਂ ਆਲ ਇੰਡੀਆ ਲੈਵਲ 'ਤੇ ਮੋਰਚੇ ਜਿਹੜੇ ਬਣੇ ਹੋਏ ਨੇ, ਮੋਰਚਿਆਂ ਦਾ ਇੱਕ ਮਹਾ ਮੋਰਚਾ ਜਿਹੜਾ ਇਹਨਾਂ ਕਾਨੂੰਨਾਂ 'ਤੇ ਹੀ ਹੋਊਗਾ। ਮਹਾ ਮੋਰਚਾ ਉਸ ਨੂੰ ਕਹਾਂਗੇ ਅਸੀਂ, ਕਿਉਂਕਿ ਆਲਰੇਡੀ 100-100 200-200 ਜਥੇਬੰਦੀਆਂ ਦੇ, ਕਿਸਾਨਾਂ ਦੇ, ਛੋਟੀਆਂ ਵੱਡੀਆਂ ਦੇ ਉਹ ਮੋਰਚੇ ਬਣੇ ਹੋਏ ਨੇ। ਮੋਰਚਿਆਂ ਨੂੰ ਅਸੀਂ ਇਕੱਠੇ ਕਰਕੇ ਇੱਕ ਮੀਟਿੰਗ ਕਰਕੇ ਜਲਦੀ, ਰਾਤ ਵੀ ਸਾਡੀ ਮੀਟਿੰਗ 'ਚ ਡਿਸਕਸ਼ਨ ਹੋਈ ਹੈ, ਡੇਟ ਜਲਦੀ ਫਾਈਨਲ ਕਰ ਲਾਂਗੇ ਅਸੀਂ। ਹੋ ਸਕਦਾ ਮਤਲਬ ਕਿ ਦੁਸਹਿਰੇ ਤੋਂ, ਅਗਰ ਬਾਕੀਆਂ ਮੋਰਚਿਆਂ ਨਾਲ ਤੈਅ ਹੋ ਗਿਆ ਤਾਂ ਦੁਸਹਿਰੇ ਤੋਂ ਪਹਿਲਾਂ ਹੋ ਜੂਗੀ, ਨਹੀਂ ਦੁਸਹਿਰੇ ਤੋਂ ਬਾਅਦ 'ਚ 1-2 ਦਿਨ ਬਾਅਦ 'ਚ ਕਰ ਲਾਂਗੇ। ਸੋ ਮਹਾ ਮੋਰਚੇ ਵੱਲੋਂ ਅਸੀਂ ਆਲ ਇੰਡੀਆ ਲੈਵਲ 'ਤੇ ਕਿਸਾਨਾਂ ਦੇ ਸੰਘਰਸ਼ ਨੂੰ ਬਣਾ ਰਹੇ ਹਾਂ। ਔਰ ਕਿਸਾਨੀ ਦਾ ਇਹ ਸੰਘਰਸ਼, ਮੈਂ ਮਤਲਬ ਕਿ ਮੈਨੂੰ ਲੱਗਦਾ ਇਹ ਕਿ ਦੇਸ਼ ਦੀ ਜਿਹੜੀ ਪੋਲੀਟੀਕਲ ਆਬੋ ਹਵਾ ਹੈ ਉਹਦੇ ਵਿੱਚ ਕੋਈ ਨਾ ਕੋਈ ਆਪਣਾ ਡੈਂਟ ਮਾਰੂਗਾ, ਅਤੇ ਇਹ ਦੇਸ਼ ਦੇ ਵਿੱਚ ਜਿਹੜਾ ਇੱਕ ਫਿਰਕੂ ਮਾਹੌਲ ਰੰਗਤ ਦੇ ਰਹੀ ਹੈ BJP ਦੀ, ਉਹਦੇ ਵਿੱਚ ਕਿਸਾਨਾਂ ਦਾ ਸਾਂਝਾ ਜਿਹੜਾ ਇੱਕ ਮੰਚ ਹੈ, ਉਹ ਸਾਰੇ ਧਰਮਾਂ, ਸਾਰੀਆਂ ਜਾਤਾਂ, ਸਾਰੇ ਖਿੱਤਿਆਂ, ਸਾਰੀਆਂ ਕੌਮਾਂ, ਸਾਰੀਆਂ ਬੋਲੀਆਂ ਦੇ ਲੋਕਾਂ ਨੂੰ ਇਕੱਠੇ ਕਰਕੇ ਇੱਕ ਦੇਸ਼ ਦੇ ਲੋਕਾਂ ਦੀ ਏਕਤਾ, ਇਕਜੁੱਟਤਾ ਜਿਹੜੀ ਇਕੱਠੇ ਕਰਨ ਦੇ ਵਿੱਚ ਆਪਣੀ ਭੂਮਿਕਾ ਨਿਭਾਊਗਾ। ਜਾਂਦੇ ਜਾਂਦੇ ਦੱਸੋ, ਮੈਨੂੰ ਯਾਦ ਆ ਗਿਆ ਕਿ ਆਮ ਆਦਮੀ ਪਾਰਟੀ ਦਿੱਲੀ ਤੋਂ ਬਿਆਨਬਾਜ਼ੀ ਹੋ ਰਹੀ ਹੈ ਕਿ ਪੰਜਾਬ ਤੋਂ ਧੂੰਆਂ ਫਿਰ ਦਿੱਲੀ ਵੱਲ ਨੂੰ ਜਾਣ ਲੱਗ ਗਿਆ। ਕਿੱਦਾਂ ਦੇਖ ਰਹੇ ਹੋ ਕੇਜਰੀਵਾਲ ਸਾਹਿਬ ਦੀ ਸਿਆਸਤ ਨੂੰ? ਦੋਗਲੀ ਸਿਆਸਤ ਨਹੀਂ ਲੱਗਦੀ ਪੰਜਾਬ ਦੇ ਵਿੱਚ ਕਿਸਾਨਾਂ ਦੇ ਨਾਲ? ਉੱਥੋਂ ਹੁਣ ਧੂਏ ਦੀ ਗੱਲ, ਉਹ ਫਿਰ ਇਲਜ਼ਾਮ ਕਿਸਾਨਾਂ ਸਿਰ ਮੜੇ ਜਾ ਰਹੇ ਨੇ। ਦੇਖੋ, ਅਸੀਂ ਪਹਿਲਾਂ ਵੀ ਕਿਹਾ ਵੀ ਕਿਸਾਨਾਂ ਦੇ ਲਈ ਕੋਈ ਬਦਲ ਕਰ ਦਿਓ, ਕਿਸਾਨਾਂ ਨੂੰ ਤੁਸੀਂ ਬੋਨਸ ਦੇ ਦਿਓ ਪ੍ਰਤੀ ਕੁਇੰਟਲ,
ਠੀਕ ਹੈ, ਉਹ ਕਿਸਾਨਾਂ ਨੂੰ ਝੋਨੇ ਦੀ ਵਢਾਈ, ਕਣਕ ਦੀ ਬਿਜਾਈ ਤੋਂ ਪਹਿਲਾਂ ਐਕਸਟਰਾ ਜਿਹੜਾ ਖਰਚ ਹੁੰਦਾ ਹੈ, ਉਹ ਖਰਚ ਤੁਸੀਂ ਉਹਨਾਂ ਦਾ ਪੂਰਾ ਕਰ ਦਿਓ। ਕਿਸਾਨ ਨੂੰ ਅੱਗ ਲਾਉਣ ਦੀ ਕੀ ਜ਼ਰੂਰਤ ਹੈ? ਲੇਕਿਨ ਅਗਰ ਉਹ ਖਰਚਾ, ਅਗਰ ਉਹਦਾ ਮੰਨ ਲਓ 6000 ਰੁਪਇਆ ਪ੍ਰਤੀ ਏਕੜ ਉਹਦਾ ਖਰਚਾ ਹੋ ਜਾਂਦਾ, ਉਹ ਪਹਿਲਾਂ ਹੀ ਘਾਟੇ 'ਚ ਆ ਬਹੁਤ ਜ਼ਿਆਦਾ, ਅਤੇ ਉਹਨੂੰ ਪੂਰਾ ਕਰਨ ਵਾਸਤੇ ਦਿਓ ਉਹਨੂੰ ਸੌਖਾ। ਅੱਗ ਪੋਲਿਊਸ਼ਨ ਦੇ ਅਸੀਂ ਵੀ ਹੱਕ 'ਚ ਨਹੀਂ ਹੈਗੇ, ਨਹੀਂ ਹੋਣਾ ਚਾਹੀਦਾ, ਲੇਕਿਨ ਉਹਦਾ ਆਲਟਰਨੇਟਿਵ ਤਾਂ ਕੁਛ ਬਣਨਾ ਚਾਹੀਦਾ ਨਾ। ਤੁਸੀਂ ਉਹਦੇ 'ਤੇ ਹੀ ਠੂਸੀ ਜਾਓ ਵੀ ਤੂੰ ਆ ਪੈਦਾ ਵੀ ਕਰ, ਤੂੰ ਹੁਣ ਉਹਦਾ ਆ ਖਰਚਾ ਵੀ ਕਰ, ਜੇ ਉਹਦਾ ਕੋਈ ਨੁਕਸਾਨ ਹੋ ਗਿਆ ਉਹ ਨਹੀਂ ਸਰਕਾਰ ਕਦੇ ਭਰਦੀ। ਬਲਕਿ ਇਸ ਕਿਸਮ ਦਾ ਜਿਹੜਾ ਦ੍ਰਿਸ਼ਟੀਕੋਣ ਜਾਂ ਐਟੀਚਿਊਡ ਹੈ ਸ਼ਹਿਰਾਂ ਵਾਲੇ ਲੋਕਾਂ ਦਾ ਜਾਂ ਰਾਜ ਕਰਨ ਵਾਲੇ ਕੇਜਰੀਵਾਲ ਜਾਂ ਹੋਰਾਂ ਦਾ, ਉਹਨੂੰ ਕਿਸਾਨਾਂ ਪ੍ਰਤੀ ਸਰਕਾਰ ਨੂੰ ਕੇਂਦਰ ਸਰਕਾਰ ਦੇ ਕੁਛ ਬੋਨਸ, ਪੰਜਾਬ ਸਰਕਾਰ ਦੇ ਕੇਜਰੀਵਾਲ ਦੇ ਧੂੰਆਂ ਜ਼ਿਆਦਾ ਦਿੰਦਾ ਆਉਂਦਾ, ਉਹ ਥੋੜ੍ਹਾ ਜਿਹਾ ਕੰਟਰੀਬਿਊਟ ਕਰਦੇ ਨੇ ਇਹਦੇ ਵਿੱਚ। ਸੋ ਕਿਸਾਨਾਂ ਨੂੰ ਕੰਟਰੀਬਿਊਟ ਕਰਨ, ਮਸ਼ੀਨਾਂ ਦੇਣ, ਵੱਡੀਆਂ ਮਸ਼ੀਨਾਂ ਸਬਸਿਡੀ 'ਤੇ ਦੇਣ, ਜਿਹੜੀਆਂ ਵੀ ਵੱਢਣ ਵਾਲੀਆਂ ਨੇ ਅਤੇ ਬੀਜਣ ਵਾਲੀਆਂ ਨੇ ਉਹ ਆਲਟਰਨੇਟਿਵ ਦੇਣ। ਕਿਸਾਨਾਂ ਨੂੰ ਕੀ ਲੋੜ ਹੈ ਐਵੇਂ ਧੂਏ ਦੇ ਵਿੱਚ? ਉਹਨਾਂ ਦੇ ਬੱਚੇ ਕਿਹੜਾ, ਉਹਨਾਂ ਦੇ ਮਾਂ ਬਾਪ, ਉਹਨਾਂ ਦੇ ਬੱਚੇ ਖੁਦ, ਉਹ ਕਿਹੜਾ ਬਿਮਾਰ ਨਹੀਂ ਹੁੰਦੇ ਇਹਦੇ 'ਚ? ਸ਼ੁਕਰੀਆ ਦਰਸ਼ਨਪਾਲ ਸਿੰਘ ਜੀ, ਧੰਨਵਾਦ। ਸੋ ਸਾਡੇ ਨਾਲ ਮੌਜੂਦ ਸਨ ਡਾਕਟਰ ਦਰਸ਼ਨਪਾਲ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ, ਜਿਨ੍ਹਾਂ ਨੇ ਦੱਸਿਆ ਕਿ ਉਸ ਮੀਟਿੰਗ ਦੇ ਵਿੱਚ ਜੋ ਦਿੱਲੀ 'ਚ ਕੇਂਦਰ ਦੇ ਨਾਲ ਹੋਈ ਹੈ, ਉਸ ਮੀਟਿੰਗ 'ਚ ਬੰਦ ਕਮਰੇ ਦੇ ਵਿੱਚ ਕੀ ਕੁਝ ਹੋਇਆ, ਕਿਸ ਤਰ੍ਹਾਂ ਇਹਨਾਂ ਨੇ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਮਿਲ ਕੇ ਜਿਹੜੀਆਂ ਉਹ ਆਪਣੀਆਂ ਮੰਗਾਂ ਰੱਖੀਆਂ, ਪਰ ਕੇਂਦਰ ਨੇ ਗੌਰ ਨਹੀਂ ਕੀਤੀ। ਦੂਜੀ ਗੱਲ ਇਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਜੇ ਵਿਧਾਨ ਸਭਾ ਸੈਸ਼ਨ ਜਿਹੜਾ ਸੱਦ ਰਹੀ ਹੈ, ਜਦੋਂ ਉਹਦੇ ਵਿੱਚ ਜੇ ਮਤਾ ਪਾਸ ਨਹੀਂ ਹੁੰਦਾ ਤਾਂ ਕਿਸ ਤਰ੍ਹਾਂ ਦੀ ਰਣਨੀਤੀ ਕਿਸਾਨਾਂ ਦੀ ਰਹੇਗੀ, ਉਸ ਉੱਤੇ ਸਭ ਦੀ ਨਜ਼ਰ ਰਹੇਗੀ। ਵੱਡੀ ਗੱਲ ਇਹ ਹੈ ਕਿ ਕਿਸਾਨ ਦਿੱਲੀ ਵੱਲ ਕੂਚ ਕਰਨ ਦੇ ਲਈ ਤਿਆਰ ਨੇ। ਕੇਂਦਰ ਸਰਕਾਰ ਲਗਾਤਾਰ ਜਿਹੜਾ ਉਹ ਕਿਸਾਨਾਂ ਦੀਆਂ ਮੰਗਾਂ 'ਤੇ ਗੌਰ ਤਾਂ ਨਹੀਂ ਕਰ ਰਹੀ, ਪਰ ਆਪਣੇ ਵੱਲੋਂ ਜਿਹੜਾ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਜਿਹੜੇ ਕੇਂਦਰੀ ਮੰਤਰੀ ਨੇ ਉਹ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਨੇ। ਇਹ ਵੀ ਕਿਸਾਨ ਬਰਦਾਸ਼ਤ ਨਹੀਂ ਕਰ। ਮੈਨੂੰ ਸੁਖਵਿੰਦਰ ਸਿੰਘ ਨੂੰ ਇਜਾਜ਼ਤ ਦਿਓ। ਤੁਹਾਨੂੰ ਵਿਚਾਰ ਕਿਸ ਤਰ੍ਹਾਂ ਲੱਗੇ ਕਮੈਂਟ ਕਰਕੇ ਜ਼ਰੂਰ ਦੱਸਿਓ। ਲੋਕਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।